ਤੁਹਾਡੀ ਕਾਬਲੀਅਤ ਹੈ ਜੋ ਤੁਹਾਡੀਆਂ ਪਾਲਿਸੀਜ਼ ਨੇ ਉਹਦੇ ਨਾਲ ਸਿਰਫ ਪੰਜਾਬ ਦਾ ਹੀ ਨਹੀਂ ਭਾਰਤ ਦੇ ਕੁਝ ਹੋਰ ਸੂਬਿਆਂ ਦੇ ਵਿੱਚ ਜਾਂ ਪੂਰੇ ਭਾਰਤ ਦਾ ਵੀ ਭਲਾ ਜਿਹੜਾ ਹੋ ਸਕਦਾ ਹੈ। ਪਰ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਕੰਮ ਕਰ ਰਹੇ ਹੋ, ਵੈਸੇ ਅੱਗੇ ਵੀ ਕਰਦੇ ਹੀ ਰਹੇ ਹੋ, ਕਰੋਗੇ ਹੀ, ਉਹਦੇ ਨਾਲ ਪੂਰੇ ਪੰਜਾਬ ਦਾ ਵੀ ਜਿਹੜਾ ਭਲਾ ਕਰ ਸਕਦੇ ਹੋ ਤੁਸੀਂ ਫਿਰ ਇਹ ਖੇਤਰ ਹੀ ਕਿਉਂ ਚੁਣੇ? ਅਮਰਗੜ੍ਹ ਹੀ ਅਸਲ ਵਿੱਚ ਨਾ ਅਮਰਗੜ੍ਹ ਚੁਣਨ ਵਿੱਚ ਦੋ ਕਾਰਨ। ਜਿਹੜਾ ਇਹਦਾ ਲੰਬਾ ਸਿਸਟਮ ਚੱਲਿਆ ਆ ਰਿਹਾ, ਵਿਧਾਇਕਾਂ ਨੂੰ ਆਪਣੀ ਤਾਕਤ ਹੀ ਨਹੀਂ ਪਤਾ, ਸਿਰਫ SHO ਲਵਾਉਣ ਤੱਕ, DSP ਲਵਾਉਣ ਤੱਕ, ਬਦਲੀਆਂ ਕਰਾਉਣ ਤੱਕ ਸੀਮਤ ਰਹਿ ਗਏ। ਐਡਾ ਲੰਬਾ ਜਿਹੜਾ ਸਿਸਟਮ ਜਿਹੜਾ ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਕੀ ਉਹਨੂੰ ਬਦਲਿਆ ਜਾ ਸਕਦਾ? ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਬਦਲਿਆ ਜਾ ਸਕਦਾ। ਤੁਸੀਂ ਦੇਖੋ, ਮੇਰੇ ਕੋਲ ਚੋਣ ਪ੍ਰਚਾਰ ਕਰਨ ਨੂੰ ਪੈਸੇ ਨਹੀਂ ਹੈ, ਪਰ ਆਪ ਹੀ ਪ੍ਰਚਾਰ ਹੋ ਰਿਹਾ। ਹੋ ਕੀ ਰਿਹਾ ਹੈ ਕਿ ਤਾਕਤ ਨੂੰ ਇਕੱਠੇ ਕਰ ਕਰਕੇ ਘੱਟ ਤੋਂ ਘੱਟ ਕਮਰਿਆਂ 'ਚ ਬੰਦ ਕੀਤਾ ਜਾ ਰਿਹਾ। ਤੁਸੀਂ ਦੇਖੋ, ਸੂਬਿਆਂ ਦੀ ਤਾਕਤਾਂ ਖਤਮ ਕਰਕੇ ਦਿੱਲੀ ਭੇਜ ਦਿੱਤੀਆਂ ਗਈਆਂ, ਮੰਤਰੀਆਂ ਦੀਆਂ ਤਾਕਤਾਂ ਖਤਮ ਕਰਕੇ CM ਦੇ ਦਫ਼ਤਰ 'ਚ ਆ ਗਈਆਂ। ਬਿਲਕੁਲ। ਪੰਚਾਇਤਾਂ ਦੇ ਵਾਰਡਾਂ ਦੀਆਂ ਤਾਕਤਾਂ ਖਤਮ ਹੋ ਕੇ MLA ਦੇ ਕੋਲੇ ਪਈਆਂ ਨੇ। ਫਿਰ MLA ਦੀਆਂ ਤਾਕਤਾਂ ਖਤਮ ਕਰਤੀਆਂ ਕਾਨੂੰਨ ਬਣਾਉਣ ਦੀਆਂ। 2 ਦਿਨ ਵਾਸਤੇ ਵਿਧਾਨ ਸਭਾ ਸੈਸ਼ਨ ਲੱਗਦਾ, ਇੱਕ ਦਿਨ ਸ਼ਰਧਾਂਜਲੀ ਹੁੰਦੀ ਹੈ, ਅਗਲੇ ਦਿਨ ਜਿਹੜੇ ਕਾਨੂੰਨ ਬਣੇ ਪਏ ਹੁੰਦੇ ਨੇ ਬਿਨਾਂ ਬਦਲਾਅ ਪਾਸ ਹੋ ਜਾਂਦੇ ਨੇ। 6 ਮਹੀਨੇ ਬਾਅਦ ਵੇਟ ਕੀਤੀ ਜਾਂਦੀ ਹੈ। ਕੋਈ ਕਾਨੂੰਨ ਸੰਵਿਧਾਨ ਕਹਿੰਦਾ ਕਿ 6 ਮਹੀਨੇ ਵਿਧਾਨ ਸਭਾ ਸੈਸ਼ਨ ਹੋਣਾ ਚਾਹੀਦਾ, 6 ਮਹੀਨੇ ਦੇ ਐਂਡ ਤੱਕ ਬਿਲਕੁਲ ਸੈਸ਼ਨ ਬੁਲਾਉਂਦੇ ਨੇ, 2 ਦਿਨ ਦਾ ਫਿਰ ਖਤਮ। ਇਹ ਕੀ ਹੈ? ਇਹ ਬੇਸਿਕਲੀ ਲੋਕਾਂ ਦੀ ਤਾਕਤ ਨੂੰ ਘੱਟ ਤੋਂ ਘੱਟ ਕਮਰਿਆਂ 'ਚ ਬੰਦ ਕਰਨ ਦਾ ਸਿਸਟਮ ਹੈ। ਜਿਹੜੀਆਂ ਟਿਕਟਾਂ ਦੇਣੀਆਂ ਨੇ ਉਹ ਨਵੇਂ ਚਿਹਰੇ ਆਉਣਗੇ ਤੇ ਰਾਜਨੀਤੀ ਬਦਲੀ ਜਾਊਗੀ। ਜਿਵੇਂ ਤੁਹਾਡੇ ਹਲਕੇ ਦੇ ਵਿੱਚ ਤਾਂ ਦਿਖ ਰਿਹਾ ਤੁਸੀਂ ਨਵਾਂ ਚਿਹਰਾ ਹੋ, ਪਾਲਿਸੀ ਮੇਕਰ ਵੀ ਹੋ। ਬਾਕੀ ਪੰਜਾਬ 'ਚ ਜਿਹੋ ਜਿਹੀ ਕਾਂਗਰਸ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ 25 ਤੋਂ 30 ਚਿਹਰੇ ਜਿਹੜੇ ਨਵੇਂ ਆਉਣਗੇ, ਜਿਨ੍ਹਾਂ ਨੂੰ ਸਿੱਧੂ ਸਾਹਿਬ ਹੋਰੀ ਕੋਸਦੇ ਹੁੰਦੇ ਸੀ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਤੇ ਨਵੇਂ ਚਿਹਰੇ ਅੱਗੇ ਆ ਕੇ ਪੰਜਾਬ ਦੀ ਰਾਜਨੀਤੀ ਬਦਲਣਗੇ। ਉਹ ਜਿਹੀ ਹੋ ਨਹੀਂ ਪਾਈ। ਜੇ ਉਹੀ ਲੋਕ ਦੁਬਾਰਾ ਫਿਰ ਆ ਗਏ ਤਾਂ ਫਿਰ ਰਾਜਨੀਤੀ ਬਦਲੀ ਕਿਵੇਂ ਜਾਊ? ਇਹ ਸਿਸਟਮ ਜਿਹੜਾ ਬਦਲਿਆ ਕਿਵੇਂ ਜਾਊਗਾ? ਹੁਣ ਵੋਟ ਲੈਣ ਲਈ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਜਾਂ ਫਿਰ ਆਪਣੇ ਪੰਜਾਬ ਮਾਡਲ ਦੇ ਨਾਮ ਤੇ, ਜਿਸ ਨੂੰ ਤੁਸੀਂ ਬਣਾਇਆ, ਉਹਦੇ ਨਾਮ ਤੇ ਵੋਟ ਮੰਗਦੇ ਹੋ, ਆਪਣੇ ਫਾਦਰ ਸਾਹਿਬ ਦੇ ਕੀਤੇ ਕੰਮਾਂ ਤੇ ਵੋਟ ਮੰਗਦੇ ਹੋ, 111 ਦੀ ਦਿਨ ਦੀ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੇ ਵੋਟ ਮੰਗਦੇ ਹੋ, ਜਾਂ ਪੂਰੇ 5 ਸਾਲ ਦੀ ਕਾਰਗੁਜ਼ਾਰੀ ਤੇ ਵੋਟ ਮੰਗਦੇ ਹੋ? ਤੇ ਉਹ 11 ਦਿਨ ਦੀ ਚੰਨੀ ਸਰਕਾਰ 'ਚ 2 ਕੰਮ ਹੋਰ ਨਹੀਂ ਹੋਏ ਸੀ ਜਿੱਥੇ ਤੁਸੀਂ ਵੀ ਗਏ ਹੋ। ਇੱਕ ਤਾਂ ਉਹ ਬਰਗਾੜੀ ਵਾਲਾ ਇਸ਼ੂ, ਗੋਲੀ ਕਾਂਡ ਵਾਲਾ, ਬੇਅਦਬੀ ਦੇ ਮਾਮਲੇ ਵਾਲਾ ਵੀ। ਰੰਧਾਵਾ ਸਾਹਿਬ ਕਹਿੰਦੇ ਸੀ ਕਿ ਮੈਨੂੰ 1 ਘੰਟੇ ਲਈ ਪਾਵਰ ਮਿਲ ਜੇ, ਮੈਂ ਫੜ ਕੇ ਅੰਦਰ ਦੇ ਦੂੰ, ਪਰ ਪੌਣੇ 3.5 ਮਹੀਨੇ ਦੀ ਸਰਕਾਰ ਦੇ ਵਿੱਚ ਕਰ ਨਹੀਂ ਕੁਝ ਪਤਾ। ਤੁਸੀਂ ਬਿਕਰਮ ਸਿੰਘ ਮਜੀਠੀਆ ਦੀ ਤੁਸੀਂ ਗੱਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੇ ਚੰਗੇ ਮਾੜੇ ਸਮੇਂ ਦੇ ਵਿੱਚ ਤੁਸੀਂ ਨਾਲ ਰਹੇ ਹੋ, ਹਰ ਚੀਜ਼ ਤੁਸੀਂ ਚੱਲਦੇ ਰਹੇ ਹੋ, ਹਰ ਸਮੇਂ ਉਹਨਾਂ ਦੇ ਨਾਲ ਚੱਲਦੇ ਰਹੇ ਹੋ। ਇਸ ਵਕਤ ਨਵਜੋਤ ਸਿੰਘ ਸਿੱਧੂ ਦੀ ਜਿੰਨੀਆਂ ਵੀ ਹੁਣ ਤੱਕ ਚੋਣਾਂ ਹੋਈਆਂ ਨੇ, ਸਭ ਤੋਂ ਟਫ ਚੋਣ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਿੱਧਾ ਮੁਕਾਬਲਾ। ਤਾਂ ਉੱਥੇ ਤੁਹਾਨੂੰ ਹੁਣ ਲੱਗਦਾ ਨਹੀਂ, ਕਿਤੇ ਮਹਿਸੂਸ ਤਾਂ ਨਹੀਂ ਹੁੰਦਾ ਵੀ ਯਾਰ ਜੇ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਮੈਂ ਕੁਛ ਨਾ ਕੁਛ ਕਰ ਸਕਦਾ ਹੁੰਦਾ? ਲੋਕ ਤਾਂ ਇਹ ਵੀ ਸੋਚਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੂਰਾ ਸਿਸਟਮ ਜਿਹੜਾ ਇਕੱਠਾ ਹੋ ਗਿਆ, ਮਾਫੀਆ ਇਕੱਠਾ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ BJP, ਪੰਜਾਬ ਲੋਕ ਕਾਂਗਰਸ, ਇੱਥੋਂ ਤੱਕ ਕਿ ਤੁਹਾਡੇ ਕਾਂਗਰਸ ਦੇ ਆਪਣੇ ਲੀਡਰ ਵੀ ਅੰਦਰ ਖਾਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉੱਥੇ ਚੱਲ ਰਹੇ ਨੇ। ਕਿ ਸਿੱਧੂ ਸਾਹਿਬ ਜਾਂ ਕੋਈ ਵੀ ਇਮਾਨਦਾਰ ਲੀਡਰ ਜਦੋਂ ਆਉਂਦਾ ਹੈ ਨਾ, ਆਪਾਂ ਇਤਿਹਾਸ ਜਾ ਕੇ ਦੇਖੀਏ, ਪੂਰਾ ਸਿਸਟਮ ਮਾਫੀਆ ਦੇ ਖਿਲਾਫ ਖੜਾ ਹੁੰਦਾ। ਇੱਕ ਮਾਫੀਆ ਜਿਹੜਾ ਸਿਸਟਮ ਹੈ ਉਹ ਆਪਣੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਲੀਡਰ ਨਾ ਆ ਜਾਏ। ਉਹਦੇ ਅੰਦਰ ਜੋ ਵੀ ਲੋਕ ਹੋਣਗੇ ਉਹ ਸਾਰੇ ਖਿਲਾਫ ਖੜੇ ਹੋਣਗੇ। ਜਦ ਕਿ ਮੈਨੂੰ ਨਹੀਂ ਪਤਾ ਕਿ ਡਿਟੇਲ ਵਿੱਚ ਕਿਵੇਂ ਚੱਲ ਰਿਹਾ ਹੋ, ਕਿਵੇਂ ਦੌਰ 'ਤੇ ਚੱਲ ਰਿਹਾ ਹੋ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੌਰ 'ਤੇ ਜ਼ਰੂਰ ਚੱਲ ਰਿਹਾ ਹੋ। ਮੈਨੂੰ ਇੱਥੇ ਲੋਕੀ ਕਹਿੰਦੇ ਕਿ ਵੋਟਾਂ ਖਰੀਦੇ ਬਿਨਾਂ ਕੰਮ ਨਹੀਂ ਬਣਦਾ, ਦਾਰੂ ਪਿਲਾਏ ਬਿਨਾਂ ਕੰਮ ਨਹੀਂ ਬਣਦਾ। ਬਿਲਕੁਲ। ਮੈਂ ਕਿਹਾ ਭਾਜੀ ਦੇਖੋ, ਵੋਟਾਂ ਖਰੀਦਣ ਨੂੰ ਹੈ ਨਹੀਂ ਆਪਣੇ ਕੋਲ ਪੈਸੇ, ਨਾ ਦਾਰੂ ਹੈਗੇ ਨੇ। ਕਹਿੰਦਾ ਨਹੀਂ ਇਲੈਕਸ਼ਨ ਦਾ ਸਿਰ ਧੜਦੀ ਹੈ। ਮੈਂ ਕਿਹਾ ਮੇਰੇ ਇਲੈਕਸ਼ਨ ਸਿਰ ਧੜਦੀ ਨਹੀਂ ਹੈ। 6 ਤਰੀਕ ਨੂੰ ਕਹਿੰਦੇ CM ਚਿਹਰੇ ਦਾ ਵੀ ਐਲਾਨ ਹੋ ਜਾਣਾ ਹੈ। ਕਹਿੰਦੇ ਕਿ ਫੋਨ ਤੇ ਰਾਏ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ, ਤੁਹਾਡੇ ਤੋਂ ਰਾਏ ਲਈ ਗਈ ਹੈ ਕੈਂਡੀਡੇਟ ਨੂੰ ਤੁਸੀਂ ਉਹਨਾਂ ਦੇ। ਤੇ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਣੇ ਚਾਹੀਦੇ ਆ CM ਜਾਂ ਨਵਜੋਤ ਸਿੰਘ ਸਿੱਧੂ ਹੋਣੇ ਚਾਹੀਦੇ ਆ? ਤੇ ਖਬਰਾਂ ਤਾਂ ਇਹ ਵੀ ਨੇ ਕਿ 2.5 ਸਾਲਾਂ ਵਾਲੀ ਫਾਰਮੂਲਾ ਤਿਆਰ ਕਰਕੇ ਉਹ 'ਤੇ ਵੀ ਸ਼ਾਇਦ ਕੰਮ ਕੀਤਾ ਜਾ ਸਕਦਾ ਕਿ 2.5 ਸਾਲਾਂ ਵਾਲਾ ਫਾਰਮੂਲਾ ਵਰਤਿਆ ਜਾਵੇ। ਕੀ ਲੱਗਦਾ ਕੀ ਚੱਲ ਰਿਹਾ? 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਿੜ ਪੂਰੇ ਤਰੀਕੇ ਦੇ ਨਾਲ ਪੱਕ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੰਜਾਬ ਦੀ ਤਕਦੀਰ ਬਦਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਨਵੇਂ ਚਿਹਰੇ ਵੀ ਸਿਆਸੀ ਮੈਦਾਨ ਦੇ ਵਿੱਚ ਉਤਰੇ ਨੇ, ਨੌਜਵਾਨ ਚਿਹਰੇ ਉਤਰੇ ਨੇ। ਉਹਨਾਂ ਵਿੱਚੋਂ ਇੱਕ ਚਿਹਰਾ ਸਾਡੇ ਨਾਲ ਮੌਜੂਦ ਹੈ, ਨੌਜਵਾਨ ਚਿਹਰਾ ਹੈ। ਉਹ ਚਿਹਰਾ ਪਰ
ਆਮ ਨੌਜਵਾਨ ਚਿਹਰਾ ਨਹੀਂ ਸਗੋਂ ਦੀ ਅੰਤਰਰਾਸ਼ਟਰੀ ਪਲੇਅਰ ਹੈ। ਨਵਜੋਤ ਸਿੰਘ ਸਿੱਧੂ ਦਾ ਸਾਰਥੀ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦਾ ਨਿਰਮਾਤਾ ਵੀ ਹੈ। ਗੱਲਬਾਤ ਕਰਾਂਗੇ ਤੇ ਉਹਨਾਂ ਦੇ ਪੰਜਾਬ ਮਾਡਲ ਬਾਰੇ ਵੀ ਗੱਲਬਾਤ ਕਰਾਂਗੇ, ਹਲਕੇ ਬਾਰੇ ਵੀ ਤੇ ਪੰਜਾਬ ਦੀ ਰਾਜਨੀਤੀ ਬਾਰੇ ਵੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਿਮਰਤ ਜੀ, ਸਵਾਗਤ ਹੈ। ਕੀ ਹਾਲ ਹੈ ਭਾਜੀ? ਬਹੁਤ ਵਧੀਆ, ਤੁਸੀਂ ਦੱਸੋ ਕਿੱਦਾਂ ਚੱਲ ਰਿਹਾ ਚੋਣ ਪ੍ਰਚਾਰ? ਉਹਦੇ ਚੱਲ ਰਿਹਾ ਭਾਜੀ, ਲੋਕਾਂ ਦਾ ਪਿਆਰ ਹੀ ਨਾ ਮਿਲ ਰਿਹਾ। ਮੈਂ ਤਾਂ ਬਸ ਲੋਕਾਂ ਅੱਗੇ ਆਪਣੀ ਸੱਚਾਈ, ਆਪਣੀ ईमानदारी लेके जा रहे हैं। जो मैं हाँ वो लोगों आगे रख रहे हैं, बाकी सब लोगों के हत्थ है। ਪੰਜਾਬ ਮਾਡਲ ਬਣਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਹੱਥ ਰਿਹਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਕਿਹਾ ਹੈ, ਕਿਹੜੇ ਪੁਆਇੰਟ ਜਿਹੜੇ ਤੁਸੀਂ ਇਹਦੇ ਵਿੱਚ ਬਣਾਏ ਨੇ ਤੇ ਕਿਵੇਂ ਲੋਕਾਂ ਤੱਕ ਲੈ ਕੇ ਜਾ ਰਹੇ ਹੋ? ਦੇਖੋ, ਇਹ ਜਿਹੜੀਆਂ ਨੀਤੀਆਂ ਨੇ ਨਾ, ਇਹ ਅਸਲ 'ਚ ਲੋਕਾਂ ਦੀਆਂ ਨੀਤੀਆਂ, ਇਹ ਲੋਕਾਂ 'ਚੋਂ ਆਈਆਂ ਨੇ। ਇਹਨਾਂ 'ਚ ਕੋਈ ਵੱਡੀ ਸਾਇੰਸ ਨਹੀਂ। ਇਹਦੇ ਅੰਦਰ ਤਾਂ ਬਸ ਕਿ ਤੁਸੀਂ ਕੀ ਇਮਾਨਦਾਰੀ ਨਾਲ ਕੰਮ ਕਰਦੇ ਹੋ, ਤੁਹਾਡੀ ਸੋਚ ਸਾਫ਼ ਹੈ, ਇੰਨੀ ਗੱਲ ਹੈ। ਕਿਸਾਨੀ ਨੂੰ ਖੜੇ ਕਰਨ ਦੀ ਗੱਲ ਕਰੀਏ ਆਪਾਂ, ਤੇ ਕਿਸਾਨੀ ਦਾ ਮਾਡਲ ਕੀ ਹੈ ਕਿ ਆਪਾਂ ਕਣਕ ਤੇ ਝੋਨਾ ਛੱਡ ਕੇ ਕਿ ਹੋਰ ਫਸਲਾਂ ਤੇ ਐਮਐਸਪੀ ਨਹੀਂ ਦੇ ਸਕਦੇ। ਆਪਾਂ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਹਾਂ। ਬਿਲਕੁਲ। ਪੰਜਾਬ ਦਾਲਾਂ ਤੇਲ ਬੀਜ ਬਾਹਰੋਂ ਮੰਗਾਉਂਦਾ, ਉਹ ਤੇ ਐਮਐਸਪੀ ਦੇਵੇ। ਜਿੰਨੇ 100 ਕਰੋੜ ਦੀ ਮੰਗਾਉਂਦਾ ਪਹਿਲਾਂ ਉਹੀ ਦੇ ਦੇ। ਆਪਾਂ ਸਬਜ਼ੀਆਂ ਲਾਉਂਦੇ ਹਾਂ, ਉਰੇ ਅਮਰਗੜ੍ਹ 'ਚ ਸਬਜ਼ੀਆਂ ਲਾਈ ਜਾਂਦੀਆਂ ਨੇ, ਕਾਰਗਿਲ ਤੱਕ ਜਾਂਦੀਆਂ ਸਬਜ਼ੀਆਂ। ਬਿਲਕੁਲ। ਉਹਨਾਂ ਵਾਸਤੇ ਕੋਲਡ ਸਟੋਰੇਜ ਵੇਅਰਹਾਊਸ ਨਹੀਂ ਬਣ ਸਕਦਾ। ਆਪਾਂ ਕੋਆਪਰੇਟਿਵ ਦੀ ਗੱਲ ਕਰਦੇ ਹਾਂ। ਪੰਜਾਬ ਦਾ ਕੋਆਪਰੇਟਿਵ ਕਾਨੂੰਨ ਅਫਸਰਾਂ ਨੂੰ ਸਾਰੇ ਅਧਿਕਾਰ ਦੇ ਕੇ ਰੱਖਦਾ ਕਿ ਆਪਾਂ ਅਧਿਕਾਰ ਉਹ ਉਸ ਬੰਦੇ ਨੂੰ ਨਹੀਂ ਦੇ ਸਕਦੇ ਜਿਹੜਾ ਉਗਾਉਂਦਾ, ਜਿਹੜਾ ਦੁੱਧ ਪਾਉਂਦਾ। ਬਿਲਕੁਲ। ਕਿ ਉਹਨਾਂ ਦੇ ਕੋਆਪਰੇਟਿਵ ਹੋਣ, ਉਹਨਾਂ ਦੇ ਅਧਿਕਾਰ ਹੋਣ। ਬੇਸਿਕਲੀ ਕਿਸਾਨ ਨੂੰ ਉਗਾਉਣ ਦਾ ਤੇ ਵੇਚਣ ਦਾ ਦੋਨਾਂ ਦਾ ਫਾਇਦਾ ਦੇਣਾ, ਕਿ ਉਹ ਮਾਰਕੀਟਿੰਗ ਵੀ ਆਪ ਕਰੇ, ਟ੍ਰੇਡਿੰਗ ਵੀ ਆਪ ਕਰੇ। ਇਹ ਫਾਇਦਾ ਕਿਸਾਨ ਕੋਲ ਵਾਪਸ ਭੇਜਣਾ। ਇਹ ਕਿਸਾਨੀ ਦੀ, ਜੇ ਆਪਾਂ ਜੜ ਨੂੰ ਦੁਬਾਰਾ ਸੀਂਚਣਾ, ਜੇ ਕਿਸਾਨੀ ਨੂੰ ਦੁਬਾਰਾ ਖੜਾ ਕਰਨਾ। ਮੈਂ ਮੰਨਦਾ ਹੀ ਨਹੀਂ ਜਿਹੜੇ ਲੋਕ ਕਹਿੰਦੇ ਨੇ, ਇਹ ਬੜੇ ਆਰਥਿਕ ਵਿਗਿਆਨੀ ਕਹਿੰਦੇ ਨੇ ਕਿ ਕਿਸਾਨੀ ਖਤਮ ਕਰਕੇ ਹੀ ਦੇਸ਼ ਦਾ ਭਲਾ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਕਿਸਾਨੀ ਦੇ ਬਲ ਤੇ ਹੀ ਪੰਜਾਬ ਦਾ ਭਲਾ ਹੋ ਸਕਦਾ। ਬਿਲਕੁਲ। ਪਰ ਕਿਸਾਨੀ ਨੂੰ ਕਰਨ ਦਾ ਇੱਕ ਤਰੀਕਾ ਹੈ। ਆਪਾਂ ਦਿੱਲੀ ਨੂੰ ਮਾੜਾ ਬੋਲਦੇ ਰਹੀਏ, ਦਿੱਲੀ ਨੂੰ ਮਾੜਾ ਬੋਲਦੇ ਰਹੀਏ, ਦਿੱਲੀ ਦੇ ਖੇਤੀ ਕਾਨੂੰਨ, ਉਹ ਸਭ ਠੀਕ ਹੈ। ਪਰ ਪਿਛਲੇ 25 ਸਾਲ ਤੋਂ ਆਤਮ ਹੱਤਿਆ ਹੋ ਰਹੀ ਹੈ। ਬਿਲਕੁਲ। ਉਪਜ ਘਟ ਰਹੀ ਹੈ, ਲਾਗਤ ਵਧ ਰਹੀ ਹੈ, ਆਮਦਨ ਘਟ ਰਹੀ ਹੈ, ਪਾਣੀ ਘਟ ਰਿਹਾ। ਖੇਤੀ ਕਾਨੂੰਨ ਤਾਂ ਹੋਣਾ ਇਹਨੇ, ਹੁਣ ਹਟ ਗਏ। ਲੜਾਈ ਤਾਂ ਉਹ ਹੈ ਨਾ, ਖੇਤੀ ਕਾਨੂੰਨ ਆਗੇ ਚਲੇ ਗਏ, ਪਰ ਜਿਹੜਾ ਖੇਤੀ ਦਾ ਕ੍ਰਾਈਸਿਸ ਹੈ ਉਹ ਆਪਣੇ ਵਿੱਚ ਰਹੇਗਾ। ਬਣਾ ਆਪਾਂ ਪੰਜਾਬ ਦੀ ਸਰਕਾਰ ਰਹੇ ਹਾਂ, ਬਣਾਉਣ ਵੇਲੇ ਵੀ ਆਪਾਂ ਦਿੱਲੀ ਨੂੰ ਮਾੜਾ ਕਹਿ ਰਹੇ ਹਾਂ ਤੇ ਬਣਾਉਣ ਤੋਂ ਬਾਅਦ ਵੀ ਕਹਿਣਾ। ਤਾਂ ਮੇਰੀ ਸੋਚ ਇਹ ਹੈ ਕਿ ਆਪਾਂ ਕੀ ਕਰੀਏ, ਤੇ ਹਰ ਨੀਤੀ ਦੇ ਪਿੱਛੇ ਆਪਣੀ ਸੋਚ ਤਾਂ ਇਹੀ ਹੈ। ਲੋਕਾਂ ਨੂੰ ਸਮਝ ਆ ਰਹੀਆਂ ਤੁਹਾਡੀਆਂ ਪਾਲਿਸੀਜ਼ ਜਿਹੜੇ ਤੁਸੀਂ ਗੱਲ ਕਰ ਰਹੇ ਹੋ? ਲੋਕਾਂ ਨੂੰ ਸਮਝ, ਕਿਉਂਕਿ ਆਮ ਲੋਕਾਂ ਦੇ ਵਿੱਚ ਪਿੰਡਾਂ 'ਚ ਕੀ ਹੁੰਦਾ ਕਿ ਤੱਤੇ ਭੜਕੇ ਭਾਸ਼ਣ ਨੂੰ ਜ਼ਿਆਦਾ ਲੋਕੀ ਮੰਨਦੇ ਆ, ਪਾਲਿਸੀਆਂ ਲੋਕਾਂ ਨੂੰ ਸਮਝ ਨਹੀਂ ਆ ਰਹੀਆਂ। ਸਮਝ ਆ ਰਹੀਆਂ, ਰਿਸਪੌਂਸ ਕਿਹੋ ਜਾ ਰਿਹਾ ਲੋਕਾਂ ਦਾ? ਦੇਖੋ, ਲੋਕ ਬੜੇ ਸਿਆਣੇ ਨੇ। ਇਹ ਤਾਂ ਆਪਾਂ ਨੂੰ ਕਿਸਾਨੀ ਅੰਦੋਲਨ ਨੇ ਦੱਸਤਾ ਕਿ ਲੋਕ ਬੜੇ ਸਿਆਣੇ ਨੇ। ਹੁਣ ਲੋਕਾਂ ਦੀ ਲੜਾਈ ਕੀ ਹੈ? ਲੋਕਾਂ ਦੀ ਲੜਾਈ ਹੈ ਖੁਦ ਮੁਖਤਾਰੀ ਦੀ ਲੜਾਈ। ਪਿੰਡਾਂ ਵਿੱਚ ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਗਈ ਹੈ, ਲੋਕਾਂ ਨੂੰ ਵੰਡ ਕੇ, ਉਸ ਰਾਜਨੀਤੀ ਵਿੱਚ ਵਿਕਾਸ ਕਰ ਦਿੱਤਾ ਗਿਆ। ਤੇ ਸਰਕਾਰ ਤੋਂ ਆਏ ਪੈਸੇ ਦਾ, ਸਰਕਾਰ ਤੋਂ ਜੋ ਵੀ ਸਹੂਲਤਾਂ ਪਿੰਡਾਂ ਦੇ ਲੋਕਾਂ ਨੂੰ ਆਉਣੀਆਂ ਸੀ, ਉਹ ਐਮਐਲਏ ਦਫ਼ਤਰਾਂ ਥਰੂ ਚੱਲੀਆਂ ਨੇ। ਜਾਂ ਉਹ ਐਮਐਲਏ ਦਫ਼ਤਰ ਥਰੂ ਵੀ ਨਹੀਂ ਚੱਲੀਆਂ, ਜਾਂ ਉਹ ਚੰਡੀਗੜ੍ਹ ਬੈਠੇ 2-4 ਦਫ਼ਤਰਾਂ ਤੋਂ ਚੱਲੀਆਂ ਨੇ। ਉਸ ਦੇ ਨਾਲ ਕੀ ਹੁੰਦਾ ਹੈ ਕਿ ਪੰਜਾਬ ਦੇ 12,700 ਪਿੰਡਾਂ ਕੋਲ ਕੋਈ ਤਾਕਤਾਂ ਨਹੀਂ ਰਹੀਆਂ। ਪੰਜਾਬ ਦੇ 200 ਸ਼ਹਿਰਾਂ ਕੋਲ ਕੋਈ ਤਾਕਤਾਂ ਨਹੀਂ ਰਹੀਆਂ। ਬਿਲਕੁਲ। ਉਹ ਤਾਕਤਾਂ ਖਤਮ ਕਰ ਦਿੱਤੀਆਂ ਗਈਆਂ। ਮੇਰੀ ਲੜਾਈ ਕੀ ਹੈ? ਸਾਡੀ ਲੜਾਈ ਕੀ ਹੈ? ਸਾਡੀ ਲੜਾਈ ਸਮਿਤੀਆਂ ਕੋਲ ਕੋਈ ਪਾਵਰ ਹੀ ਨਹੀਂ ਹੈਗੀ। ਸ਼ਹਿਰ ਦੇ ਕਾਉਂਸਲਰ ਨੂੰ ਇਹ ਪਤਾ ਹੀ ਨਹੀਂ ਕਿ ਪੈਸੇ ਕਿੰਨੇ ਆਏ ਸ਼ਹਿਰ 'ਚ। ਬਿਲਕੁਲ। ਪੰਚਾਇਤਾਂ ਕੋਲੇ ਪੰਚਾਇਤੀ ਰਾਜ ਕਾਨੂੰਨ ਜਿਹੜਾ ਤਾਕਤਾਂ ਦਿੰਦਾ, 170 ਚੀਜ਼ਾਂ ਕਰਨ ਦੀ ਤਾਕਤ ਦਿੰਦਾ, 12 ਟੈਕਸ ਲਾਉਣ ਦੀ ਤਾਕਤ ਦਿੰਦਾ, ਉਹ ਹੈ ਹੀ ਨਹੀਂ। ਉਹ ਪੰਚਾਇਤ ਸੈਕਟਰੀ ਤੋਂ ਬਿਨਾਂ ਸਰਕਾਰ ਦਾ ਫੰਡ ਨਹੀਂ ਅਲਾਟ ਕਰ ਸਕਦੇ। ਇਹ ਕਿਉਂ ਹੈ? ਇਹ ਇਸ ਲਈ ਹੈ ਕਿ ਉਹ ਆਪ ਕੁਛ ਨਾ ਕਰ ਪਾਣ, ਉਹ ਸਾਰਾ ਕੁਝ ਚੰਡੀਗੜ੍ਹ ਚੱਲੇ। ਸੋ ਮੇਰੀ ਲੜਾਈ ਕੀ ਹੈ? ਮੈਂ ਕੀ ਸੁਪਨਾ ਲੈ ਕੇ ਅਮਰਗੜ੍ਹ ਆਇਆ? ਮੈਂ ਅਮਰਗੜ੍ਹ ਦੀ ਕਿਸਾਨੀ ਦੀ ਗੱਲ ਕਰਦਾ। ਮੈਂ ਇੰਡਸਟਰੀ ਦੇਖਦਾ। ਮੈਂ ਇੰਡਸਟਰੀ ਦੇਖਦਾ ਕਿ ਹਰ ਚੀਜ਼ ਵਾਸਤੇ, CLU ਤੋਂ ਲੈ ਕੇ ਹਰ ਕਲੀਅਰੈਂਸ ਵਾਸਤੇ ਪੈਸੇ ਲੱਗ ਰਹੇ ਨੇ। ਉਹ ਖਤਮ ਕਰਨ ਦੀ ਲੜਾਈ ਹੈ ਕਿ ਇੰਡਸਟਰੀ ਹਰ ਚੀਜ਼ ਆਨਲਾਈਨ ਪੋਰਟਲ ਨਾਲ ਅਪਰੂਵ ਕਰਾ ਸਕਦੀ ਹੈ। 170 ਸਹੂਲਤਾਂ ਤਾਂ ਇਹ ਜਿਹੀਆਂ ਹੈ ਜਿਹੜੀਆਂ ਆਨਲਾਈਨ ਆਰਾਮ ਨਾਲ ਹੋ ਸਕਦੀਆਂ। ਜੇ ਕਿਸੇ ਅਫਸਰ ਨੂੰ ਆਬਜੈਕਸ਼ਨ ਹੈ ਤਾਂ ਉਹ ਪਾ ਦੇ ਤਾਂ ਰੁਕ ਜੂ, ਜੇ ਨਹੀਂ ਪਾਵੇਗਾ ਤਾਂ 15 ਦਿਨ ਵੈਸੇ ਹੀ ਅਪਰੂਵ ਹੋ ਜੂ। ਤੁਸੀਂ ਉਹ ਪੈਸੇ ਦੇ ਕੇ ਕਿਉਂ ਕਰਾ ਰਹੇ ਹੋ ਭਾਈ? ਤੁਸੀਂ ਪਟਵਾਰੀ ਦਫ਼ਤਰਾਂ 'ਚ ਪੈਸੇ ਖਵਾ ਕੇ ਰਹੇ ਹੋ। ਜੇ ਤੁਹਾਡੇ ਕਾਗਜ਼ ਠੀਕ ਨੇ ਤਾਂ ਹੋ ਜੇ, ਜੇ ਆਬਜੈਕਸ਼ਨ ਲਾ ਦੇ ਤੇ ਆਪਾਂ ਹੱਲ ਕਰ ਲਈਏ। ਉਹ ਜਿਹੜਾ ਸਿਸਟਮ ਉਹਨੂੰ ਖਤਮ ਕਰਨਾ ਹੈ। ਉਹ ਸਿਸਟਮ ਖੜਾ ਇਸ ਚੀਜ਼ ਤੇ ਹੈ ਕਿ ਲੋਕਾਂ ਦੀਆਂ ਬੇਸਿਕ ਸਹੂਲਤਾਂ ਰੋਕ ਕੇ, ਨਾਰਮਲ ਪ੍ਰੋਸੈਸ ਚੱਲਦੀਆਂ ਚੀਜ਼ਾਂ ਰੋਕ ਕੇ, ਲੋਕਾਂ ਕੋਲੇ ਤਾਕਤਾਂ ਕਾਨੂੰਨ ਦੇ ਹਿਸਾਬ ਨਾਲ, ਸੰਵਿਧਾਨ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਸੀ, ਰੋਕ ਕੇ
ਅਸੀਂ ਕੁਝ ਕਮਰਿਆਂ 'ਚੋਂ ਤਾਕਤਾਂ ਬੰਦ ਕਰ ਲਈ, ਫਿਰ ਪੈਸੇ ਕਮਾਉਣ ਵਾਸਤੇ ਉਹ ਤਾਕਤਾਂ ਨੂੰ ਵਰਤੀ। ਸੋ ਮੇਰੀ ਲੜਾਈ ਉਸ ਸਿਸਟਮ ਦੇ ਨਾਲ ਹੈ ਤੇ ਮੈਂ ਬੜਾ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਕਿ ਮੈਨੂੰ ਇਹ ਮੌਕਾ ਮਿਲਿਆ ਆਪਣੇ ਘਰ। ਮੇਰੇ ਫਾਦਰ ਸਾਹਿਬ ਇੱਥੇ, ਤੁਹਾਡੀ ਕਾਬਲੀਅਤ ਹੈ, ਜੋ ਤੁਹਾਡੀਆਂ ਪਾਲਿਸੀਜ਼ ਨੇ, ਉਹਦੇ ਨਾਲ ਸਿਰਫ ਪੰਜਾਬ ਦਾ ਹੀ ਨਹੀਂ, ਭਾਰਤ ਦੇ ਕੁਝ ਹੋਰ ਸੂਬਿਆਂ ਦੇ ਵਿੱਚ ਜਾਂ ਪੂਰੇ ਭਾਰਤ ਦਾ ਵੀ ਭਲਾ ਜਿਹੜਾ ਹੋ ਸਕਦਾ ਹੈ। ਪਰ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਕੰਮ ਕਰ ਰਹੇ ਹੋ, ਵੈਸੇ ਅੱਗੇ ਵੀ ਕਰਦੇ ਹੀ ਰਹੇ ਹੋ, ਕਰੋਗੇ ਹੀ, ਉਹਦੇ ਨਾਲ ਪੂਰੇ ਪੰਜਾਬ ਦਾ ਵੀ ਜਿਹੜਾ ਭਲਾ ਕਰ ਸਕਦੇ ਹੋ ਤੁਸੀਂ ਫਿਰ ਇਹ ਖੇਤਰ ਹੀ ਕਿਉਂ ਚੁਣੇ? ਅਮਰਗੜ੍ਹ ਅਸਲ ਵਿੱਚ ਨਾ ਅਮਰਗੜ੍ਹ ਚੁਣਨ ਵਿੱਚ ਦੋ ਕਾਰਨ ਨੇ, ਇੱਕ ਨਿੱਜੀ ਹੈ ਤੇ ਇੱਕ ਸਮਾਜਿਕ ਕਾਰਨ ਹੈ। ਮੇਰੇ ਪਿਤਾ ਦੀ ਇਹ ਕਰਮ ਭੂਮੀ ਹੈ। ਅਮਰਗੜ੍ਹ ਚੁਣਨ ਦੇ ਵਿੱਚ ਕਾਰਨ ਇਹ ਹੈ, ਮੇਰੇ ਫਾਦਰ ਸਾਹਿਬ ਨੇ 15 ਸਾਲ ਸਿਆਸਤ ਕੀਤੀ ਹੈ, 1992 ਤੋਂ 2007 ਤੱਕ। 1992 ਤੋਂ 2002 ਤੱਕ ਐਮਐਲਏ ਰਹੇ ਨੇ। ਇਸ ਹਲਕੇ ਦੇ 65-70 ਪਿੰਡ ਤੂਰੀ ਜਾਂਦੇ ਸੀ, ਉਸ ਟਾਈਮ ਤੋਂ ਐਮਐਲਏ ਸੀ। 2008 ਵਿੱਚ ਤੂਰੀ ਅਮਰਗੜ੍ਹ ਲੱਗ ਹੋਇਆ, ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਕੋਈ ਇਲੈਕਸ਼ਨ ਨਹੀਂ ਲੜੀ, ਤਾਂ ਉਹਨਾਂ ਦਾ ਕੁੱਲ ਸਿਆਸੀ ਜੀਵਨ ਇੱਥੇ ਦਾ ਰਿਹਾ। ਮੈਂ ਪਲਿਆ ਬੜਿਆ ਇੱਥੇ ਹੀ ਹੋਇਆ। ਇਹ ਮੇਰੇ ਤਾਈ ਚਾਚੇ ਨੇ ਜਿਹੜੇ ਪਿੰਡਾਂ 'ਚ ਹੈਗੇ ਨੇ, ਉਹਨਾਂ ਨੂੰ ਸੜਕਾਂ ਵਾਲੇ ਐਮਐਲਏ ਕਿਹਾ ਜਾਂਦਾ, ਬਿਲਕੁਲ, ਜਿੰਨੀ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ। ਸਰਦਾਰ ਧਨਵੰਤ ਸਿੰਘ ਜੀ ਦਾ ਜਿਹੜਾ ਕੰਮ ਹੈ ਉਹ ਅੱਜ ਵੀ ਮੈਨੂੰ, ਮੈਂ ਜਿੱਦਣ 127 ਪਿੰਡਾਂ ਦੇ ਸਰਪੰਚ ਨੇ ਉਹਨਾਂ ਨਾਲ ਗੱਲ ਕਰਨ ਲੱਗਿਆ ਤੇ ਮੈਨੂੰ 90% ਸਰਪੰਚਾਂ ਨੇ ਕਿਹਾ ਕਿ ਧਨਵੰਤ ਸਿੰਘ ਦਾ ਮੁੰਡਾ, ਉਹਨਾਂ ਦਾ ਆਹ ਕੰਮ ਕੀਤਾ, ਸਾਡੇ ਬਜ਼ੁਰਗ ਦੱਸਦੇ ਸੀ ਆਹ ਕੰਮ ਕੀਤਾ। ਉਹਨਾਂ ਦੀ ਇਮਾਨਦਾਰੀ ਬੋਲਦੀ ਹੈ। 10 ਸਾਲ ਐਮਐਲਏ ਰਹਿਣ ਤੋਂ ਬਾਅਦ ਵੀ ਮੇਰੇ ਦਾਦਾ ਜੀ ਦਾ ਪਿੰਡ ਘਰ ਹੈ, ਉੱਥੇ ਹੀ ਰਹਿੰਦੇ ਨੇ, ਖੇਤੀ ਕਰਦੇ ਨੇ। ਸਾਡੇ ਕੋਲ ਕਿਸੇ ਸ਼ਹਿਰ 'ਚ ਕੋਈ ਘਰ ਨਹੀਂ ਉਸ ਤੋਂ ਬਿਨਾਂ। ਅੱਛਾ, ਇਹੀ ਕਾਰਨ ਜਿਹੜਾ ਇੱਥੇ ਆਏ ਤੁਸੀਂ? ਇਹ ਮੇਰਾ ਕਾਰਨ ਹੈ ਇੱਥੇ ਆਉਣ ਦਾ, ਕਿਉਂਕਿ ਮੇਰੇ ਫਾਦਰ ਦੀ ਕਰਮ ਭੂਮੀ ਹੈ। ਜਦੋਂ ਮੈਂ ਕੋਈ ਪਾਲਿਸੀ ਬਾਰੇ ਵੀ ਸੋਚਦਾ, ਜਦੋਂ ਆਕਸਫੋਰਡ 'ਚ ਪੜ੍ਹਦਾ ਵੀ ਸੀ ਨਾ, ਉਸ ਟਾਈਮ ਤੇ ਮੈਂ ਜਿਹੜੀ ਗਰਾਊਂਡ ਵਾਟਰ ਉੱਤੇ ਕੰਮ ਕੀਤਾ, ਕਿਸਾਨੀ ਉੱਤੇ ਕੰਮ ਕੀਤਾ, ਮੈਂ ਉਸ ਦੇ ਪਿੱਛੇ ਵੀ ਇਹ ਇੱਥੇ ਬਾਰੇ ਸੋਚਦਾ ਸੀਗਾ। ਮੈਂ ਇੱਥੇ ਦੀ ਖੇਤੀ ਬਾਰੇ ਸੋਚਦਾ ਸੀਗਾ ਕਿ ਇਹ ਮੈਂ ਬਚਪਨ 'ਚ ਦੇਖਿਆ, ਇਹ ਹੁਣ ਹੋ ਰਿਹਾ ਹੈ, ਆਤਮ ਹੱਤਿਆ ਹੋ ਰਹੀਆਂ ਨੇ, ਆਹ ਹਾਲ ਹੈ, ਇਹਦਾ ਕੀ ਹੱਲ ਕੱਢੀਏ। ਸੋ ਉਹਦੇ ਸਾਰੇ ਦੇ ਪਿੱਛੇ ਇੱਥੇ ਦੇ ਲੋਕ ਨੇ। ਜੋ ਮੈਂ ਸ਼ੂਟਿੰਗ ਕਰਦਾ ਸੀ, ਦੇਸ਼ ਵਾਸਤੇ ਖੇਲਦਾ ਸੀਗਾ, ਉਹਦੇ ਪਿੱਛੇ ਵੀ ਇਹ ਸੀ ਕਿ ਸਾਡੇ ਪਿੰਡਾਂ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ, ਨਸ਼ਿਆਂ 'ਚ ਪੈ ਰਹੀ ਹੈ, ਕਿ ਮੈਂ ਕੋਈ ਤਗਮਾ ਹੈ ਜਿੱਤ ਲਾਂ, ਕੁਛ ਇਹੋ ਜਿਹੀ ਚੀਜ਼ ਮੈਂ ਦੇਸ਼ ਨੂੰ ਜਿੱਤ ਕੇ ਲਿਆ ਸਕਾਂ ਕਿ ਉਹਨਾਂ ਨੂੰ ਮਾਣ ਹੋਵੇ, ਉਹ ਆਪਣੇ ਹੁਨਰ ਨੂੰ ਹੋਰ ਨਿਖਾਰਨ, ਉਹ ਇਸ ਰਾਹ ਤੇ ਪੈਣ। ਤੁਸੀਂ ਆਪਣੇ ਫਾਦਰ ਸਾਹਿਬ ਦੀ ਗੱਲ ਕੀਤੀ, ਜਦੋਂ ਆਮ ਆਪਾਂ ਸਿਆਸਤ ਦੇ ਵਿੱਚ ਗੱਲ ਕਰਦੇ ਹਾਂ, ਜੇ ਕਿਸੇ ਦੇ ਪੁੱਤ ਨੂੰ ਟਿਕਟ ਮਿਲ ਜਾਂਦੀ ਹੈ, ਉਹ ਵੋਟਾਂ ਮੰਗਣ ਜਾਂਦਾ, ਤਾਂ ਉਹਦੇ ਪਿਓ ਦੀਆਂ ਸ਼ਿਕਾਇਤਾਂ ਵੀ ਤੇਰੇ ਪਿਓ ਨੇ ਪਹਿਲਾਂ ਕੋਈ ਕੰਮ ਨਹੀਂ ਕੀਤਾ, ਤੇ ਹੋਰ ਵੀ ਪਰਿਵਾਰਕ ਮੈਂਬਰ ਜੇ ਜਾਂਦੇ ਆ ਤਾਂ ਉਹਨਾਂ ਨੂੰ ਸ਼ਿਕਾਇਤਾਂ ਹੀ ਸੁਣਨ ਨੂੰ ਮਿਲਦੀਆਂ ਕਿ ਪਹਿਲਾਂ ਤਾਂ ਤੁਹਾਡੇ ਭਰਾ ਨੇ ਜਾਂ ਤੁਹਾਡੇ ਘਰ ਵਾਲੇ ਨੇ ਇੱਦਾਂ ਦਾ ਕੁਝ ਨਹੀਂ ਕੀਤਾ ਜਿਹਦੇ ਨਾਲ ਸਾਡਾ ਭਲਾ ਹੋ ਜਾਵੇ, ਤੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਗਏ। ਤੁਹਾਡੇ ਫਾਦਰ ਸਾਹਿਬ ਨੂੰ ਮੇਰੇ ਖਿਆਲ 'ਚੋਂ ਰਾਜਨੀਤੀ 'ਚੋਂ ਸਰਗਰਮ ਰਾਜਨੀਤੀ 'ਚੋਂ ਪਾਸੇ ਹੋਇਆਂ ਨੂੰ 12-15 ਸਾਲ ਹੋ ਗਏ, ਪਰ ਹਾਲੇ ਵੀ ਲੋਕ ਤਾਰੀਫਾਂ ਕਰ ਰਹੇ ਆ। ਤੁਹਾਨੂੰ ਦੇਖ ਕੇ ਕਿਹੋ ਜਿਹਾ ਮਹਿਸੂਸ ਹੁੰਦਾ? ਮੇਰੇ ਤਾਂ ਅੱਖਾਂ ਭਰ ਆਉਂਦੀਆਂ ਜੀ। ਮੈਂ ਦੇਖਦਾ ਕਿ ਉਹਨਾਂ ਨੇ ਕਿਸ ਕਿਰਦਾਰ ਨਾਲ ਰਾਜਨੀਤੀ ਕੀਤੀ ਹੈ, ਕਿਸ ਚੀਜ਼ਾਂ 'ਤੇ ਖੜੇ ਆ। ਸਾਡੇ ਕੋਲੇ ਮਤਲਬ ਮੈਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਹੈ। ਮੈਂ ਜਿਸ ਪਿੰਡ 'ਚ ਗੱਡੀ ਤੋਂ ਉਤਰਦਾ, ਉਹ ਕਹਿੰਦੇ ਨੇ ਜੀ ਯਾਰ ਉਹਨੇ ਤਾਂ ਕੰਮ ਹੀ ਬੜਾ ਕੀਤਾ ਸੀਗਾ, ਤੂੰ ਦੇਸ਼ ਵਾਸਤੇ ਖੇਲਿਆ, ਤੂੰ ਪੰਜਾਬ ਵਾਸਤੇ ਬੜਾ ਕੰਮ ਕੀਤਾ, ਅਸੀਂ ਜਾਣਦੇ ਕੋਈ ਲੋੜ ਹੀ ਨਹੀਂ। ਸੋ ਤੋ ਜਿਹੜੀ ਮਤਲਬ ਇਹ ਪਿਆਰ ਮੈਨੂੰ ਮਿਲ ਰਿਹਾ ਹੈ, ਇਹੀ ਬਹੁਤ ਵੱਡੀ ਗੱਲ ਹੈ। ਇਹ ਉਹਨਾਂ ਦੇ ਜੋ ਇਹ ਇਲੈਕਸ਼ਨ ਚੱਲ ਰਹੀ ਹੈ, ਇਹ ਉਹਨਾਂ ਦੇ ਕੀਤੇ ਕੰਮ ਦੇ ਸਾਰੇ ਚੱਲ ਰਹੀ ਹੈ। ਕਿਹੜੀਆਂ ਤੁਹਾਡੀਆਂ ਇੱਥੇ ਹਲਕੇ ਦੀਆਂ ਸਮੱਸਿਆਵਾਂ ਹੈਗੀਆਂ ਜਿਹੜੇ ਜੇ ਤੁਹਾਨੂੰ ਮੌਕਾ ਦਿੰਦੇ ਆ ਲੋਕ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੋਗੇ ਤੁਸੀਂ ਇੱਥੇ ਉਹਨਾਂ ਸਮੱਸਿਆਵਾਂ ਨੂੰ ਲੈ ਕੇ? ਕਿਉਂਕਿ ਪਿਛਲੀ ਵਾਰ ਵੀ ਤੁਹਾਡੇ ਐਮਐਲਏ ਸੀ, ਖਾਮੀਆਂ ਹਾਲੇ ਵੀ ਬਹੁਤ ਸਾਰੀਆਂ ਹੈਗੀਆਂ ਨੇ, ਸਮਿਤ ਜੀ ਤੁਹਾਨੂੰ ਵੀ ਪਤਾ ਹੀ ਹੈ। ਤੁਸੀਂ ਕਿਹੜੀਆਂ ਸਮੱਸਿਆਵਾਂ ਨੂੰ ਪਹਿਲ ਦੋਗੇ ਆਪਣੇ ਹਲਕੇ ਦੇ? ਦੇਖੋ, ਇਹ ਅਮਰਗੜ੍ਹ ਦੇ ਲੋਕ ਚੁਣਨਗੇ। ਮੈਂ ਇੱਥੇ ਪਾਲਿਸੀਆਂ ਬਣਾ ਕੇ ਢੇਰ ਲਾ ਸਕਦਾ, ਤੁਹਾਨੂੰ ਪਤਾ ਮੇਰਾ ਇਹ ਕੰਮ ਹੈ। ਮੈਂ ਇੱਥੇ ਕੁਝ ਵੀ ਕਹਿ ਸਕਦਾ, ਇੰਡਸਟਰੀਅਲ ਸੈਂਟਰ ਹੋਵੇ, ਕਲੀਅਰੈਂਸਿਸ ਹੋਣ, ਹਸਪੀਟਲਸ ਦਾ ਇਸ਼ੂ ਹੈ। ਮੈਂ ਤਾਂ ਇਹ ਵੀ ਦੇਖਦਾ ਕਿ ਵਾਲੀਬਾਲ ਦੇ ਤਗੜੇ ਖਿਡਾਰੀ ਹੁੰਦੇ ਨੇ ਅਮਰਗੜ੍ਹ ਤੋਂ, ਉਹਦਾ ਇੱਕ ਸੈਂਟਰ ਬਣਾਇਆ ਜਾ ਸਕਦਾ। ਮੈਂ ਤਾਂ ਇਹ ਵੀ ਦੇਖਦਾ ਕਿ ਸਪੋਰਟਸ ਸਟੇਡੀਅਮ ਬਣ ਸਕਦਾ ਅਹਿਮਦਗੜ੍ਹ, ਜਦ ਕਿ ਨਗਰ ਕੌਂਸਲ ਕੋਲ ਜ਼ਮੀਨ ਦਾ ਇਸ਼ੂ ਆ ਰਿਹਾ, ਤਾਂ ਉਹਦਾ ਤਰੀਕਾ ਲੱਭਣਾ ਪਏਗਾ। ਬਹੁਤ ਤਰ੍ਹਾਂ ਦੀ ਇੰਡਸਟਰੀ ਅਹਿਮਦਗੜ੍ਹ 'ਚ ਹੈ, ਉਹਦਾ ਹੱਬ ਬਣ ਸਕਦਾ। ਫੂਡ ਪ੍ਰੋਸੈਸਿੰਗ ਦਾ ਹੱਬ ਬਹੁਤ ਅੱਛਾ ਬਣ ਸਕਦਾ। ਮਲੇਰਕੋਟਲੇ ਦਾ ਜੋ ਡਿਸਟ੍ਰਿਕਟ ਬਣਿਆ, ਉਸ ਏਰੀਏ ਦੇ ਅੰਦਰ ਆਪਾਂ ਇਸ ਏਰੀਏ ਦੇ ਅੰਦਰ ਫੂਡ ਪ੍ਰੋਸੈਸਿੰਗ ਬਹੁਤ ਅੱਛੀ ਕਰ ਸਕਦੇ ਹਾਂ, ਕਿਉਂਕਿ ਪੰਜਾਬ ਖੇਤੀ ਵਿੱਚ ਤਾਂ ਬਹੁਤ ਅੱਗੇ ਹੈ, ਪਰ ਆਟੇ 'ਚੋਂ ਬਿਸਕੁਟ ਨਹੀਂ ਬਣਾਉਂਦਾ, ਮੱਕੀ ਤੋਂ ਕੌਰਨਫਲੇਕਸ ਨਹੀਂ ਬਣਾਉਂਦਾ, ਤੇ ਉਹ 'ਚ ਕਮਾਈ ਦੁੱਗਣੀ ਹੈ, ਉਹ 'ਚ ਕਮਾਈ 10 ਗੁਣਾ ਹੈ। ਸੋ ਉਸ ਦਾ ਹੱਬ ਬਣ ਸਕਦਾ ਇੱਥੇ। ਸੋ ਉਹ ਸਭ ਚੀਜ਼ਾਂ ਮੈਂ ਸੋਚਦਾ, ਪਰ ਅਸਲ ਵਿੱਚ ਇਹ ਫੈਸਲੇ ਮੇਰੇ ਲੈਣ ਵਾਲੇ ਹੈ ਨਹੀਂ। ਐਮਐਲਏ ਬਣ ਕੇ ਵੀ ਇਹ ਫੈਸਲੇ ਅਮਰਗੜ੍ਹ ਦੇ ਲੋਕਾਂ ਦੇ ਲੈਣ ਵਾਲੇ ਨੇ। ਪਿੰਡਾਂ ਦੇ ਲੋਕ ਪਿੰਡਾਂ ਦਾ ਫੈਸਲਾ ਲੈਣ, ਵਾਰਡਾਂ ਦੇ ਰਹਿਣ ਵਾਲੇ ਲੋਕ ਵਾਰਡ ਦਾ ਫੈਸਲਾ ਲੈਣ ਕਿ ਉੱਥੇ ਦੀ ਡਿਵੈਲਪਮੈਂਟ ਕਿਵੇਂ ਹੋਵੇ।
ਤਾਂ ਹੀ ਉਹ ਡੈਮੋਕ੍ਰੇਸੀ ਹੈ ਤੇ ਉਹੀ ਮੇਰਾ ਸੰਘਰਸ਼ ਹੈ। ਲੋਕਾਂ ਦੀ ਤਾਕਤ ਜਾਨੀ ਲੋਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ, ਜਿਹੜਾ ਤੁਸੀਂ ਗੱਲ ਕਰ ਰਹੇ ਹੋ। ਬਿਲਕੁਲ, ਕਿਉਂਕਿ ਇਲੈਕਸ਼ਨ ਲੜਨ ਦੇ ਪਿੱਛੇ ਤਾਕਤ ਦਾ ਕੋਈ ਸਵਾਰਥ ਹੀ ਨਹੀਂ ਹੈ, ਨਾ ਪੈਸੇ ਕਮਾਉਣ ਦਾ ਕੋਈ ਸਵਾਰਥ ਹੈ। ਤਾਂ ਇਲੈਕਸ਼ਨ ਲੜਨ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਜਿਹੜੀ ਤਾਕਤ ਆਏਗੀ ਉਹਨਾਂ ਨੂੰ ਵਾਪਸ ਦੇ ਕੇ ਉਹ ਜਿਵੇਂ ਚਾਹਣਗੇ ਮੈਂ ਚਲਾ ਸਕਾਂ, ਕਰਪਸ਼ਨ ਖਤਮ ਕਰ ਸਕਾਂ। ਜਿਹੜਾ ਇਹਦਾ ਲੰਬਾ ਸਿਸਟਮ ਚੱਲਿਆ ਆ ਰਿਹਾ, ਵਿਧਾਇਕਾਂ ਨੂੰ ਆਪਣੀ ਤਾਕਤ ਹੀ ਨਹੀਂ ਪਤਾ, ਸਿਰਫ SHO ਲਵਾਉਣ ਤੱਕ, DSP ਲਵਾਉਣ ਤੱਕ, ਬਦਲੀਆਂ ਕਰਾਉਣ ਤੱਕ ਸੀਮਤ ਰਹਿ ਗਏ। ਐਡਾ ਲੰਬਾ ਜਿਹੜਾ ਸਿਸਟਮ ਜਿਹੜਾ ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਕੀ ਉਹਨੂੰ ਬਦਲਿਆ ਜਾ ਸਕਦਾ? ਦੇਖੋ, ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਬਦਲਿਆ ਜਾ ਸਕਦਾ ਹੈ। ਤੁਸੀਂ ਦੇਖੋ, ਮੇਰੇ ਕੋਲ ਚੋਣ ਪ੍ਰਚਾਰ ਕਰਨ ਨੂੰ ਪੈਸੇ ਨਹੀਂ ਹੈ, ਪਰ ਆਪ ਹੀ ਪ੍ਰਚਾਰ ਹੋ ਰਿਹਾ। ਲੋਕ ਬਦਲਾਵ ਚਾਹੁੰਦੇ ਨੇ, ਲੋਕ ਬੜੇ ਸਿਆਣੇ ਨੇ। ਤੁਸੀਂ ਜੋ ਉਹਨਾਂ ਨੂੰ ਮੌਕਾ ਨਹੀਂ ਦਿੰਦੇ ਨਾ, ਜੋ ਤੁਸੀਂ ਉਹਨਾਂ ਨੂੰ ਰਾਹ ਨਹੀਂ ਦਿਖਾਉਂਦੇ, ਉਹ ਜਾਣ ਕਿੱਧਰ ਨੂੰ। ਇਹਦਾ ਕਾਂਗਰਸ ਪਾਰਟੀ ਦਾ ਮੈਂ ਦੇਣਾ ਨਹੀਂ ਦੇ ਸਕਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਜਾ ਕੇ ਆਪਣੇ ਘਰੇ ਇਹ ਸੰਘਰਸ਼ ਲੜਾਂ। ਮੈਂ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਕਿ ਪਾਲਿਸੀਆਂ ਬਣਾਉਣ ਤੇ ਇਸ ਕੰਮ 'ਚ ਫਰਕ ਹੀ ਹੈ, ਕਿਉਂਕਿ ਉਹ ਫਾਈਲਾਂ ਬਣ ਕੇ ਤਾਂ ਪਈਆਂ ਰਹਿੰਦੀਆਂ ਨੇ, ਪਰ ਉਹਨੂੰ ਕੀਤਾ ਨਹੀਂ ਜਾ ਸਕਦਾ ਤਾਕਤ ਤੋਂ ਬਿਨਾਂ। ਬਿਲਕੁਲ। ਤੁਸੀਂ ਨਾ ਰਾਜਨੀਤੀ ਨੂੰ, ਤਾਕਤ ਨੂੰ ਆਪਾਂ ਉਹਦਾ ਢਾਂਚਾ ਸਮਝੀਏ। ਸਮਾਜ ਬਦਲਣ ਵਾਸਤੇ ਇਹ ਸਮਝਣਾ ਕਿ ਨੀਤੀ ਨਾਲ ਸਮਾਜ ਬਦਲਿਆ ਜਾਏਗਾ, ਇਹ ਅਸਲ 'ਚ ਗਲਤਫਹਿਮੀ ਹੈ। ਜਿਹੜਾ ਤਾਕਤ ਦਾ ਸਟਰਕਚਰ ਹੈ ਨਾ, ਜਿਹੜਾ ਤਾਕਤ ਦਾ ਮਾਡਲ ਹੈ, ਇੱਕ ਸਿਸਟਮ ਹੈ ਜਿਹਦੇ ਨਾਲ ਤਾਕਤ ਚੱਲਦੀ ਹੈ, ਪਿੰਡਾਂ ਦੀ ਤਾਕਤ, ਸ਼ਹਿਰਾਂ ਦੀ ਤਾਕਤ, ਉਹ ਤਾਕਤ ਦੇ ਸਟਰਕਚਰ ਨੂੰ ਜੋ ਤੁਸੀਂ ਵੰਡਦੇ ਹੋ ਲੋਕਾਂ 'ਚ, ਤੇ ਲੋਕ ਆਪਣਾ ਅਧਿਕਾਰ ਆਪ ਲੈਣ ਦੇ ਕਾਬਿਲ ਹੁੰਦੇ ਨੇ, ਤੇ ਹਰ ਤਬਕਾ ਉੱਠ ਕੇ ਆਪਣਾ ਹੱਕ ਲੈਣ ਦੇ ਕਾਬਿਲ ਹੁੰਦਾ। ਤੇ ਜਿਹੜਾ ਸਰਕਾਰ ਦਾ ਪੈਸਾ ਹੈ ਜਾਂ ਸਰਕਾਰ ਦੀ ਤਾਕਤ ਹੈ, ਉਹ ਵਾਪਸ ਲੋਕਾਂ 'ਚ ਵੰਡੀ ਜਾਂਦੀ ਹੈ, ਤੇ ਲੋਕ ਆਪਣੇ ਆਪ ਆਪਣਾ ਭਲਾ ਕਰ ਲੈਂਦੇ ਨੇ। ਇਸ ਤਰੀਕੇ ਨਾਲ ਪੰਜਾਬ ਅੱਗੇ ਵੱਧਦਾ, ਇਸ ਤਰੀਕੇ ਨਾਲ ਦੇਸ਼ ਅੱਗੇ ਵੱਧ ਸਕਦਾ। ਕੋਈ ਸਿਆਣੀ ਨੀਤੀ ਲਿਖ ਕੇ, ਕੋਈ ਅੱਛੀ ਸਕੀਮ ਬਣਾ ਕੇ ਮੈਂ ਸੋਚਾਂ ਕਿ ਚੰਡੀਗੜ੍ਹ ਬੈਠ ਕੇ ਬਣਾਤੀ ਜਾਂ ਦਿੱਲੀ ਬੈਠ ਕੇ ਬਣਾਤੀ ਤੇ ਹੁਣ ਇਹ ਲਾਗੂ ਹੋਊਗੀ ਇਸ ਦਫ਼ਤਰ ਦੇ ਥਰੂ, ਤੇ ਇਹਦੇ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਜੂਗੀ, ਉਹਦਾ ਕੰਮ ਸਿਰਫ 10-15-20% ਦਾ ਹੈ। ਅਸਲ ਸਮਾਜ ਬਦਲਿਆ ਜਾਂਦਾ ਹੈ ਤਾਕਤ ਦੇ ਸਿਸਟਮ ਨੂੰ ਲੋਕਾਂ ਦੇ ਅੰਦਰ ਫੈਲਾ ਕੇ। ਹੋ ਕੀ ਰਿਹਾ ਹੈ ਕਿ ਤਾਕਤ ਨੂੰ ਇਕੱਠੇ ਕਰ ਕਰਕੇ ਘੱਟ ਤੋਂ ਘੱਟ ਕਮਰਿਆਂ 'ਚ ਬੰਦ ਕੀਤਾ ਜਾ ਰਿਹਾ। ਤੁਸੀਂ ਦੇਖੋ, ਸੂਬਿਆਂ ਦੀ ਤਾਕਤਾਂ ਖਤਮ ਕਰਕੇ ਦਿੱਲੀ ਭੇਜ ਦਿੱਤੀਆਂ ਗਈਆਂ, ਮੰਤਰੀਆਂ ਦੀਆਂ ਤਾਕਤਾਂ ਖਤਮ ਕਰਕੇ CM ਦੇ ਦਫ਼ਤਰ 'ਚ ਆ ਗਈਆਂ। ਬਿਲਕੁਲ। ਪੰਚਾਇਤਾਂ ਦੇ ਵਾਰਡਾਂ ਦੀਆਂ ਤਾਕਤਾਂ ਖਤਮ ਹੋ ਕੇ MLA ਦੇ ਕੋਲੇ ਪਈਆਂ ਨੇ। ਫਿਰ MLA ਦੀਆਂ ਤਾਕਤਾਂ ਖਤਮ ਕਰਤੀਆਂ ਕਾਨੂੰਨ ਬਣਾਉਣ ਦੀਆਂ। 2 ਦਿਨ ਵਾਸਤੇ ਵਿਧਾਨ ਸਭਾ ਸੈਸ਼ਨ ਲੱਗਦਾ, ਇੱਕ ਦਿਨ ਸ਼ਰਧਾਂਜਲੀ ਹੁੰਦੀ ਹੈ, ਅਗਲੇ ਦਿਨ ਜਿਹੜੇ ਕਾਨੂੰਨ ਬਣੇ ਪਏ ਹੁੰਦੇ ਨੇ ਬਿਨਾਂ ਬਦਲਾਅ ਪਾਸ ਹੋ ਜਾਂਦੇ ਨੇ। ਬਿਲਕੁਲ। 6 ਮਹੀਨੇ ਬਾਅਦ ਤਾਂ ਵੇਟ ਕੀਤੀ ਜਾਂਦੀ ਹੈ। ਕੋਈ ਕਾਨੂੰਨ, ਸੰਵਿਧਾਨ ਕਹਿੰਦਾ ਕਿ 6 ਮਹੀਨੇ ਵਿਧਾਨ ਸਭਾ ਸੈਸ਼ਨ ਹੋਣਾ ਚਾਹੀਦਾ ਹੈ। 6 ਮਹੀਨੇ ਦੇ ਐਂਡ ਤੱਕ ਬਿਲਕੁਲ ਸੈਸ਼ਨ ਬੁਲਾਉਂਦੇ ਨੇ, 2 ਦਿਨ ਦਾ ਫਿਰ ਖਤਮ। ਇਹ ਕੀ ਹੈ? ਇਹ ਬੇਸਿਕਲੀ ਲੋਕਾਂ ਦੀ ਤਾਕਤ ਨੂੰ ਘੱਟ ਤੋਂ ਘੱਟ ਕਮਰਿਆਂ 'ਚ ਬੰਦ ਕਰਨ ਦਾ ਸਿਸਟਮ ਹੈ। ਅਬ ਲੜਾਈ ਕੀ ਹੈ? ਲੋਕ ਪਰੇਸ਼ਾਨ ਕਿਉਂ ਨੇ? ਗਲੀਆਂ ਨਾਲੀਆਂ ਕਿਉਂ ਨਹੀਂ ਬਣ ਰਹੀਆਂ? ਸਕੂਲ ਅਪਗ੍ਰੇਡ ਕਿਉਂ ਨਹੀਂ ਹੋ ਰਹੇ? ਟੀਚਰ ਧਰਨੇ ਤੇ ਕਿਉਂ ਨੇ? ਕਿਉਂਕਿ ਇਹ ਸਾਰੇ ਨੂੰ ਕਰਨ ਦੇ ਪਿੱਛੇ ਕਾਰਨ ਹੈ ਕਿ ਸਰਕਾਰ ਦਾ ਜਿੰਨਾ ਪੈਸਾ ਉਸ ਨੂੰ ਲੁੱਟਿਆ ਜਾਵੇ। 1000 ਕਰੋੜ ਦਾ ਕੰਮ ਹੈ, ਸਾਰੇ ਟੀਚਰ ਪੱਕੇ ਹੋ ਜਾਣਗੇ। ਉਹ 1000 ਕਰੋੜ ਕਿਉਂ ਨਹੀਂ ਹੈ? ਉਹ 1000 ਕਰੋੜ ਇਸ ਲਈ ਨਹੀਂ ਹੈ ਕਿਉਂਕਿ ਉਹ ਸਾਰਾ ਪੈਸਾ ਨੀਜੇ ਜੇਬ ਚਲਾ ਗਿਆ। ਸੋ ਆਪਣੀ ਲੜਾਈ ਉਹ ਤਾਕਤ ਦੇ ਮਾਡਲ ਨੂੰ ਲੋਕਾਂ ਨੂੰ ਵਾਪਸ ਦੇਣ ਦੀ ਹੈ। ਜਿਵੇਂ ਉਹ ਤਾਕਤ ਦੀ ਵਾਪਸ ਲੋਕਾਂ ਕੋਲ ਤਾਕਤ ਆਊਗੀ, ਉਹ ਆਪਣੇ ਹਰ ਚੀਜ਼ ਕਰ ਲੈਣਗੇ। ਉਹ ਦਿੱਤੀ ਜਾਊਗੀ ਸਮਿਤੀ, ਕਿਉਂਕਿ ਪਹਿਲਾਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਜਿਹੜੀਆਂ ਟਿਕਟਾਂ ਦੇਣੀਆਂ ਨੇ ਉਹ ਨਵੇਂ ਚਿਹਰੇ ਆਉਣਗੇ ਤੇ ਰਾਜਨੀਤੀ ਬਦਲੀ ਜਾਊਗੀ। ਜਿਵੇਂ ਤੁਹਾਡੇ ਹਲਕੇ ਦੇ ਵਿੱਚ ਤਾਂ ਦਿਖ ਰਿਹਾ ਤੁਸੀਂ ਨਵਾਂ ਚਿਹਰਾ ਹੋ, ਪਾਲਿਸੀ ਮੇਕਰ ਵੀ ਹੋ। ਬਾਕੀ ਪੰਜਾਬ 'ਚ ਜਿਹੋ ਜਿਹੀ ਕਾਂਗਰਸ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ 25 ਤੋਂ 30 ਚਿਹਰੇ ਜਿਹੜੇ ਨਵੇਂ ਆਉਣਗੇ, ਜਿਨ੍ਹਾਂ ਨੂੰ ਸਿੱਧੂ ਸਾਹਿਬ ਹੋਰੀ ਕੋਸਦੇ ਹੁੰਦੇ ਸੀ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਤੇ ਨਵੇਂ ਚਿਹਰੇ ਅੱਗੇ ਆ ਕੇ ਪੰਜਾਬ ਦੀ ਰਾਜਨੀਤੀ ਬਦਲਣਗੇ। ਉਹ ਜਿਹੀ ਹੋ ਨਹੀਂ ਪਾਈ। ਜੇ ਉਹੀ ਲੋਕ ਦੁਬਾਰਾ ਫਿਰ ਆ ਗਏ ਤਾਂ ਫਿਰ ਰਾਜਨੀਤੀ ਬਦਲੀ ਕਿਵੇਂ ਜਾਊ? ਇਹ ਸਿਸਟਮ ਜਿਹੜਾ ਬਦਲਿਆ ਕਿਵੇਂ ਜਾਊਗਾ? ਤੁਸੀਂ ਨਾ ਦੁਨੀਆ ਦਾ ਇਤਿਹਾਸ ਚੱਕ ਕੇ ਦੇਖੋ, ਸਿਰਫ 2 ਹੀ ਤਰੀਕੇ ਨੇ ਇਕੱਠੀ ਹੋ ਰਹੀ ਤਾਕਤ ਨੂੰ ਲੋਕਾਂ 'ਚ ਵਾਪਸ ਵੰਡਣ ਦੇ। ਇੱਕ ਤਰੀਕਾ ਹੁੰਦਾ ਜਦੋਂ ਇੱਕ ਸਮਾਜਿਕ ਬਦਲਾਵ ਦੀ ਮੂਵਮੈਂਟ ਚੱਲਦੀ ਹੈ, ਲਹਿਰ ਚੱਲਦੀ ਹੈ, ਜਦੋਂ ਇੱਕ ਧਾਰਮਿਕ ਰੂਪ ਵਿੱਚ ਆਉਂਦੀ ਹੈ। ਤੁਸੀਂ ਦੁਨੀਆ ਦਾ ਇਤਿਹਾਸ ਦੇਖੋ, ਜਦੋਂ ਲੋਕ ਆਪਣੇ ਆਪ ਤਾਕਤ ਤਿਆਗਦੇ ਨੇ। ਤੁਸੀਂ ਸ਼ੁਰੂਆਤ ਕਰ ਲਓ ਮਹਾਤਮਾ ਬੁੱਧ ਤੋਂ। ਤਾਕਤ ਇਕੱਠੀ ਹੋ ਰਹੀ ਸੀ ਕੁਝ ਤਬਕੇ 'ਚ, ਉਹ ਆਏ, ਉਹ ਤਾਕਤ ਉਹਨਾਂ ਨੇ ਆਪ ਤਿਆਗੀ, ਉਹਨਾਂ ਦੇ ਵਿਚਾਰਧਾਰਾ ਚੱਲ ਕੇ ਕਿ ਨਹੀਂ ਸਾਨੂੰ ਲੋੜ ਨਹੀਂ। ਕਿਉਂਕਿ ਹਰ ਇਨਸਾਨ ਦੇ ਅੰਦਰ ਤਾਕਤ ਇਕੱਠੀ ਕਰਨ ਦਾ ਤੇ ਤਾਕਤ ਵੰਡਣ ਦਾ ਦੋਨਾਂ ਦਾ ਕਣ ਹੁੰਦਾ। ਇਨਸਾਨ ਇਹ ਵੀ ਕਹਿੰਦਾ ਮੈਂ ਭਲਾ ਕਰਾਂ ਯਾਰ, ਮੈਂ ਜ਼ਿੰਦਗੀ ਕਿੰਨੀ ਜਿਉਣੀ ਮੈਂ ਕਰਦਾ। ਇਨਸਾਨ ਇਹ ਵੀ ਚਾਹੁੰਦਾ ਮੇਰੇ ਕੋਲ ਸਭ ਕੁਝ ਹੋਵੇ, ਮੇਰੇ ਬੱਚਿਆਂ ਕੋਲ ਸਭ ਕੁਝ ਹੋਵੇ। ਜਦੋਂ ਇਹ ਧਾਰਮਿਕ ਬਦਲਾਅ ਆਏ ਨੇ, ਤੁਸੀਂ ਗੁਰੂ ਨਾਨਕ ਦਾ ਜੀਵਨ ਦੇਖੋ, ਉਹਨਾਂ ਨੇ ਲੋਕਾਂ ਦੀ ਤਾਕਤ, ਲੋਕਾਂ ਨੂੰ ਵਾਪਸ ਵੰਡਣ ਦਾ ਜ਼ਰੀਆ ਦਿਖਾਇਆ।
दूसरी चीज, क्योंकि वो तो महापुरुष आए ने धरती ते, दूसरी चीज वो फिर सिस्टम करने का तरीका की है, वो आप सीखते हैं फ्रेंच रेवोल्यूशन तो। एक राजे नूं हटा लोकां दी सरकार बनाने का पहला कदम, वो 4 साल चला पाए, नहीं कर पाए, पर उत्थों एक बदलाव शुरू होया। तुसीं देखो उस बदलाव ने ब्रिटिश रेवोल्यूशन, अमेरिकन रेवोल्यूशन, रशियन रेवोल्यूशन, ਜਦੋਂ अपनी 20वीं सदी आई, हर देश को एक संविधान आने लग गया। बिल्कुल, संविधान 'ਚ अधिकार आने लग गए। अधिकार की ने सरकार दी ताकत दे विरुद्ध एक आम नागरिक दा अधिकार है कि मैं आवाज चुक सकदा, कि मैं बराबर हाँ, कि मैं अपना धर्म निभा सकदा। ये चीज़ां कित्थों आईयां? ये चीज़ां डेमोक्रेसी की लड़ाई चों आईयां। किसी ने लड़ी ताई आईयां। सो मेरा ये मनना है, जहाँ तक कोई महापुरुष आणगे अते आंदे रहिंदे ने, रब ने जो भेजने संत महात्मा आंदे ने जिहड़े इंसान नूं ये सिखांदे ने कि आपदी ताकत त्याग दो। ते दूसरा जरिया डेमोक्रेसी है, जिहड़ा आपां नूं इस सिस्टम विच लोकां 'ਚ लैके जांदी है ते लोग बनदे ने। सो लोकां ने निर्णय लेना है, लोकां ने चुनना है। जो लोकां दे हत्थ निर्णय आऊगा, लोग बड़े सियाणे ने, लोग आपे उहनूं चुनणगे। ਜਿਹੜਾ ਉਹਨਾਂ ਨੂੰ ਦਿਖਦਾ ਹੈ ਕਿ ਇਹ ਤਾਂ ਸਾਡੀ ਤਾਕਤ ਸਾਨੂੰ ਵਾਪਸ ਵੰਡ ਰਿਹਾ, ਇਸ ਨੂੰ ਧਮਕਾ ਕੇ ਨਹੀਂ ਲੈ ਰਿਹਾ, ਇਹ ਸਾਡੇ ਅੰਦਰ ਕੋਈ ਡਰ ਪੈਦਾ ਕਰਕੇ ਵੋਟ ਨਹੀਂ ਖਿੱਚ ਰਿਹਾ। ਵੋਟ ਲੈਣ ਦੇ ਬੜੇ ਜ਼ਰੀਏ ਨੇ ਨਾ। ਹੁਣ ਵੋਟ ਲੈਣ ਲਈ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਜਾਂ ਫਿਰ ਆਪਣੇ ਪੰਜਾਬ ਮਾਡਲ ਦੇ ਨਾਮ ਤੇ ਜਿਸ ਨੂੰ ਤੁਸੀਂ ਬਣਾਇਆ ਉਹਦੇ ਨਾਮ ਤੇ ਵੋਟ ਮੰਗਦੇ ਹੋ, ਆਪਣੇ ਫਾਦਰ ਸਾਹਿਬ ਦੇ ਕੀਤੇ ਕੰਮਾਂ ਤੇ ਵੋਟ ਮੰਗਦੇ ਹੋ, 111 ਦੀ ਦਿਨ ਦੀ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੇ ਵੋਟ ਮੰਗਦੇ ਹੋ, ਜਾਂ ਪੂਰੇ 5 ਸਾਲ ਦੀ ਕਾਰਗੁਜ਼ਾਰੀ ਤੇ ਵੋਟ ਮੰਗਦੇ ਹੋ? ਇਹਨਾਂ ਸਾਰੀਆਂ ਚੀਜ਼ਾਂ ਤੇ ਨਾਲ ਆਪਣੀ 31 ਸਾਲ ਦੀ ਜ਼ਿੰਦਗੀ ਤੇ ਆਪਣੇ ਕੀਤੇ ਕੰਮ ਤੇ ਆਪਣੇ ਕਿਰਦਾਰ ਤੇ ਕਿ ਮੇਰਾ ਸਾਥ ਥੋੜੇ ਸਾਹਮਣੇ ਹੈ। ਹਾਂ, ਮੈਂ ਤਾਂ ਹੀ ਉਹੀ ਗੱਲ ਕੀਤੀ, ਤੁਹਾਡਾ ਪੰਜਾਬ ਮਾਡਲ ਤਾਂ ਹੀ ਮੈਂ ਕਹਿੰਦਾ ਜਿਹੜਾ ਤੁਸੀਂ ਬਣਾਇਆ। ਹਾਂ ਨਹੀਂ, ਉਹ ਚ ਮੈਂ ਨਹੀਂ ਬਣਾਇਆ, ਉਹ ਸਿੱਧੂ ਸਾਹਿਬ ਦਾ ਵਿਜ਼ਨ ਹੈ। ਮੈਂ ਤਾਂ ਉਹ ਥੋੜਾ ਜਿਹਾ ਕੰਮ ਕੀਤਾ ਹੈ। ਬਾਕੀ 111 ਦਿਨ ਦੀ ਸਰਕਾਰ ਨੇ ਜੋ ਕੰਮ ਕੀਤਾ ਹੈ, ਚੰਨੀ ਸਾਹਿਬ ਦੀ ਜੋ ਸਰਕਾਰ ਰਹੀ ਹੈ, ਉਸਨੇ ਬਹੁਤ ਚੰਗੇ ਕੰਮ ਕੀਤੇ ਹੈ। ਤੁਸੀਂ ਦੇਖੋ ਬਿਜਲੀ ਦਾ ਰੇਟ ਘਟਾਣਾ, PPS ਸਮਝੌਤੇ ਵਿਧਾਨ ਸਭਾ ਜਾ ਕੇ ਰੱਦ ਕਰਨੇ, ਟੈਰਿਫ ਆਰਡਰ ਲਿਆਣਾ। ਤੁਸੀਂ ਹੁਣ ਆ ਨਵੇਂ BPL ਕਾਰਡ ਬਣ ਕੇ ਆਏ ਨੇ ਚਿਪਾਂ ਵਾਲੇ, ਹੁਣ ਆਪਾਂ ਇਹ ਹੋਰ ਚੀਜ਼ਾਂ ਲੈ ਕੇ ਆ ਰਹੇ ਹਾਂ ਕਿ ਕਣਕ ਦੇ ਨਾਲ ਆਟਾ ਮਿਲੇ, ਦਾਲਾਂ ਮਿਲਣ, ਤੇਲ ਮਿਲੇ। ਚਲੋ ਇਹ ਸਾਰੀਆਂ ਚੀਜ਼ਾਂ, ਇਹਦੇ ਨਾਲ ਤੁਸੀਂ ਦੇਖੋ ਸ਼ਗਨ ਸਕੀਮ, ਪੈਨਸ਼ਨ ਸਕੀਮ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਹੋਇਆ। ਇਹ ਸਾਰੀਆਂ ਚੀਜ਼ਾਂ 111 ਦੀ ਸਰਕਾਰ 'ਚ ਹੋਈਆਂ ਨੇ। ਕੁਝ ਚੀਜ਼ਾਂ ਕੈਪਟਨ ਸਾਹਿਬ ਦੀ ਸਰਕਾਰ ਨੇ ਵੀ ਕੀਤੀਆਂ ਨੇ, ਪਰ ਉਹ ਪੂਰੇ ਵਾਅਦਿਆਂ ਤੇ ਨਹੀਂ ਚੱਲ ਰਹੇ ਸੀ ਤਾਂ ਉਹਨਾਂ ਨੂੰ ਹਟਾਉਣਾ ਪਿਆ। ਸੋ ਇਹ ਸਾਰੀ ਚੀਜ਼ਾਂ ਨੇ ਤਾਂ ਲੱਗਦਾ ਕਿ ਪੂਰੇ ਵਾਅਦਿਆਂ ਤੇ ਚੰਨੀ ਸਰਕਾਰ ਵੀ ਚੱਲ ਗਈ। 36000 ਪੱਕੇ ਮੁਲਾਜ਼ਮ ਦੇ ਬੋਰਡ ਤਾਂ ਥਾਂ ਲੱਗੇ ਆ, ਪਰ ਦਿਖਾਈ ਨਹੀਂ ਦੇ ਰਹੇ। ਬਿਲਕੁਲ, ਦੇਖੋ ਮੈਨੂੰ ਲੱਗਦਾ ਕਿ 3 ਮਹੀਨਿਆਂ 'ਚ ਇਹ ਕਰ ਪਾਣਾ ਵੀ ਸੰਭਵ ਹੈ। ਇਹ ਤੁਸੀਂ ਵੀ ਜਾਣਦੇ ਹੋ। ਬਾਕੀ ਆਪਾਂ ਨਾ ਜਦੋਂ ਪੰਜਾਬ ਨੂੰ ਖੜਾ ਕਰਨ ਦੀ ਗੱਲ ਕਰਦੇ ਆ ਨਾ, ਜਦੋਂ ਆਪਾਂ ਇਹ ਸਾਰੀਆਂ ਨੀਤੀਆਂ ਦੀ ਗੱਲ ਕਰਦੇ ਆ, ਤੁਸੀਂ ਇਹਨਾਂ ਜੋ ਕੋਈ ਵੀ ਚੀਜ਼ ਚੱਕ ਲਓ, ਇਹਨੂੰ ਘੱਟ ਤੋਂ ਘੱਟ 4-5 ਸਾਲ ਲੱਗਦੇ ਨੇ। 2-3 ਸਾਲ ਵਾਲੀ ਤਾਂ ਚੀਜ਼ਾਂ ਲੱਗਦੀਆਂ। ਤੁਸੀਂ ਅੱਜ ਆਪਾਂ ਵੇਅਰ ਹਾਊਸ ਬਣਾਉਣ ਦੀ, ਕੋਲਡ ਸਟੋਰ ਬਣਾਉਣ ਦੀ ਗੱਲ ਕਰਦੇ ਆ, 2-3 ਸਾਲ ਦਾ ਪ੍ਰੋਸੈਸ ਹੈ। ਚਲੋ ਆਪਾਂ ਦਾਲਾਂ ਦੇ ਤੇਲ ਬੀਜ ਤੇ MSP ਸਿੱਧੀ ਵੀ ਦੇ ਸਕਦੇ ਹਾਂ ਕਿ ਆਪਾਂ ਨੂੰ ਪਤਾ ਕਿ ਇੰਨਾ ਬਜਟ ਜਾ ਰਿਹਾ। ਪਰ ਜੇ ਆਪਾਂ ਹੋਰ ਵੱਡੀ ਚੀਜ਼ਾਂ ਦੀ ਗੱਲ ਕਰੀਏ, ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ, ਜਾਂ ਆਪਾਂ ਗੱਲ ਕਰਦੇ ਹਾਂ ਸਿਹਤ ਦੀ, ਉਹ ਸਿਸਟਮ ਵੱਲ ਤਾਂ 5-10 ਸਾਲ ਲੱਗਦੇ ਨੇ। ਤਾਂ ਮੈਂ ਇਹ ਸਮਝਦਾ ਕਿ ਇੱਕ ਅੱਛੀ ਸੋਚ ਨਾਲ ਬਦਲਾਵ ਲਿਆਉਣ ਦੀ ਕੋਸ਼ਿਸ਼ ਹੈ, ਜੋ ਮਾੜਾ ਸੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਹੈ, ਉਸ ਨੂੰ ਪੂਰਾ ਮੌਕਾ ਮਿਲੇਗਾ। ਪਰ 111 ਦਿਨਾਂ ਦੀ ਚੰਨੀ ਸਰਕਾਰ 'ਚ 2 ਕੰਮ ਹੋਰ ਨਹੀਂ ਹੋਏ ਸੀ ਵਿੱਚ, ਜਿੱਥੇ ਤੁਸੀਂ ਵੀ ਗਏ ਹੋ। ਇੱਕ ਤਾਂ ਉਹ ਬਰਗਾੜੀ ਵਾਲਾ ਇਸ਼ੂ, ਗੋਲੀ ਕਾਂਡ ਵਾਲਾ, ਬੇਅਦਬੀ ਦੇ ਮਾਮਲੇ ਵਾਲਾ ਵੀ। ਰੰਧਾਵਾ ਸਾਹਿਬ ਕਹਿੰਦੇ ਸੀ ਕਿ ਮੈਨੂੰ 1 ਘੰਟੇ ਲਈ ਪਾਵਰ ਮਿਲ ਜੇ, ਮੈਂ ਫੜ ਕੇ ਅੰਦਰ ਦੇ ਦੂੰ, ਪਰ ਪੌਣੇ 3.5 ਮਹੀਨਿਆਂ ਦੀ ਸਰਕਾਰ ਦੇ ਵਿੱਚ ਕਰ ਨਹੀਂ ਕੁਝ ਪਾਏ। ਬਿਲਕੁਲ, ਦੇਖੋ ਜਿਹੜਾ ਬੇਅਦਬੀ ਦਾ ਇਨਸਾਫ ਨਹੀਂ ਹੋਇਆ, ਉਹਦੇ ਪਿੱਛੇ ਕੋਈ ਕੁਝ ਵੀ ਕਹਿੰਦਾ ਰਿਹਾ, ਉਹ ਇੱਕ ਲੜਾਈ ਹੈ। ਤੁਹਾਨੂੰ ਤਾਂ ਪਤਾ ਕਿ ਸਿੱਧੂ ਸਾਹਿਬ ਨੇ ਲੜਾਈ ਲੜੀ ਹੈ। ਸਿੱਧੂ ਸਾਹਿਬ ਦੀ ਤਾਂ ਮੈਂ ਅੱਜ ਵੀ ਗੱਲ ਕਰ ਰਿਹਾ, ਕਿਉਂਕਿ ਸਿੱਧੂ ਸਾਹਿਬ ਕੋਲੇ ਪਾਵਰ ਹੈ ਨਹੀਂ ਸੀ, ਪਰ ਜਿਹੜੇ ਲੋਕਾਂ ਕੋਲੇ ਪਾਵਰ ਸੀ, ਜਿਹੜੇ ਸੁਖਜਿੰਦਰ ਸਿੰਘ ਰੰਧਾਵੇ ਹੋਣੀ, ਚਰਨਜੀਤ ਸਿੰਘ ਚੰਨੀ ਹੋਰੀ, ਮੈਂ ਗੱਲ ਉਹਨਾਂ ਦੀ ਕਰ ਰਿਹਾ, ਕਿਉਂਕਿ ਸਿੱਧੂ ਸਾਹਿਬ ਤਾਂ ਪਾਵਰ ਤੋਂ ਬਾਹਰ ਸੀ। ਬਿਲਕੁਲ, ਉਹ ਉਹਨਾਂ ਚੀਜ਼ਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ। ਮੈਨੂੰ ਤਾਂ ਨਹੀਂ ਕਰਨਾ ਪੈ ਰਿਹਾ, ਪਰ ਮੈਨੂੰ ਲੱਗਦਾ ਹੈ ਕਿ ਲੋਕ ਦੇਖਣਗੇ ਕਿ ਉਹ ਨਹੀਂ ਹੋਏ। ਕੈਪਟਨ ਸਾਹਿਬ ਦੇ ਦੌਰਾਨ ਤਾਂ ਬਿਲਕੁਲ ਵੀ ਨਹੀਂ ਹੋਏ, ਤੇ 3 ਮਹੀਨਿਆਂ 'ਚ ਵੀ ਉਹ ਪੂਰੀ ਤਰ੍ਹਾਂ ਨਹੀਂ ਹੋ ਪਾਏ। ਉਹਦੇ ਵੱਲ ਕੁਝ ਕਦਮ ਵਧਾਏ ਗਏ, ਪਰ ਉਹ ਹੋ ਨਹੀਂ ਪਾਏ। ਹੁਣ ਜਿਵੇਂ ਮਜੀਠੀਆ ਤੇ ਕੇਸ ਦਰਜ ਹੋਇਆ, ਬਾਅਦ 'ਚ ਹੁਣ ਬੇਲ ਮਿਲ ਗਈ, ਬੇਲ ਰਿਜੈਕਟ ਹੋ ਗਈ ਤੇ ਵੋਟਾਂ ਚੱਲ ਰਹੀਆਂ ਨੇ। ਉਹ ਚੀਜ਼ਾਂ ਉਸ ਤਰ੍ਹਾਂ ਹੋ ਨਹੀਂ ਪਾਈਆਂ। ਤੇ ਜਿਸ ਤਰ੍ਹਾਂ ਦੀ ਆਪਾਂ ਨਸ਼ੇ ਦੇ ਹੱਲ ਦੀ ਗੱਲ ਕਰਦੇ ਹਾਂ, ਹੁਣ ਮੈਂ ਆਮ ਆਦਮੀ ਪਾਰਟੀ ਵੱਲ ਦੇਖਦਾ, ਉਹਨਾਂ ਨੇ ਚਲੋ ਮਾਫੀ ਮੰਗ ਲਈ ਮਜੀਠੀਆ ਤੋਂ, ਤੇ ਫਿਰ ਹੱਲ ਕੱਢੂ ਕੌਣ?
4.5 ਸਾਲ ਹੋਇਆ ਨਹੀਂ, ਬਾਦਲਾਂ ਨੇ ਸਾਰਾ ਕੰਮ ਖਰਾਬ ਕੀਤਾ। 3 ਮਹੀਨੇ 'ਚ ਪਰਚਾ ਦਰਜ ਹੋਇਆ ਤੇ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਧਰੋਂ ਵੋਟਾਂ ਆ ਗਈਆਂ। ਚਲੋ ਪਰਚਾ ਦਰਜ ਹੋਇਆ, ਬਹੁਤ ਵੱਡੀ ਗੱਲ ਹੈ। ਪਰਚਾ ਦਰਜ ਕਰਨਾ ਮਜੀਠੀਆ ਤੇ 2018 ਦੀ ਰਿਪੋਰਟ ਚੱਕ ਕੇ ਬਹੁਤ ਵੱਡੀ ਗੱਲ ਹੈ। ਪਰ ਸ਼ਾਇਦ ਤੁਹਾਡੀ ਸਰਕਾਰ ਕਰਨਾ ਨਹੀਂ ਸੀ ਚਾਹੁੰਦੀ ਜੇਕਰ ਨਵਜੋਤ ਸਿੰਘ ਸਿੱਧੂ ਨਾ ਕਹਿੰਦੇ। ਬਿਲਕੁਲ ਪਰ ਹੁਣ ਆਮ ਆਦਮੀ ਪਾਰਟੀ ਨੇ ਤਾਂ ਮਾਫੀ ਮੰਗੇ ਨੇ ਤੇ ਕਰੂਗਾ ਕੌਣ? ਤੇ ਇੱਥੇ ਉਹ ਸਿੱਧੂ ਸਾਹਿਬ ਦੇ ਸਟੈਂਡ ਬੜੇ ਜ਼ਰੂਰੀ ਨੇ, ਜਿਹਨਾਂ ਨੇ ਬੇਅਦਬੀ ਤੇ ਲਏ, ਜਿਹੜਾ ਉਹਨਾਂ ਨੇ ਨਸ਼ਿਆਂ ਉੱਤੇ ਲਏ। ਤੇ ਇਹਦੇ ਨਾਲ ਆਪਾਂ ਇਹ ਦੇਖੀਏ ਕਿ ਨਸ਼ਿਆਂ ਦਾ ਹੱਲ ਵੀ ਨਾ ਕੱਲਾ ਇੱਕ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਜਾਂ ਮਜੀਠੀਆ ਸਾਹਿਬ ਨੂੰ ਕਹਿਣਾ ਕਿ ਇਹ ਬੰਦਾ ਗਲਤ ਹੈ, ਇਹਨੂੰ ਫੜ ਲਓ ਜਾਂ ਇਹ ਫੜਦੇ ਰਹੋ, ਉਹ ਨਹੀਂ ਹੈ। ਉਸ ਦਾ ਹੱਲ ਵੀ ਸਾਰੇ ਵੱਡੇ ਮਗਰਮੱਛ ਫੜਨਾ ਹੈ। ਬਿਲਕੁਲ, ਕੱਲਾ ਉਹ ਨਹੀਂ ਜਿਹੜਾ ਸਿਆਸਤ 'ਚ ਹੈ, ਹੋਰ ਵੀ ਨੇ। ਜੇ ਅਸਲੀ ਇਨਸਾਫ ਕਰਨਾ ਉਹ ਸਾਰਿਆਂ ਨੂੰ ਫੜੋ ਨਾ, ਜਿਹੜੇ ਬਾਹਰ ਬੈਠੇ ਉਹ ਵੀ ਫੜੋ। ਦੂਸਰੀ ਚੀਜ਼, ਰਿਹੈਬਿਲਿਟੇਸ਼ਨ ਸੈਂਟਰ। ਤੁਸੀਂ ਆਊਟਡੋਰ ਰਿਹੈਬਿਲਿਟੇਸ਼ਨ ਨਹੀਂ ਕਰ ਸਕਦੇ। 5 ਕਰੋੜ ਗੋਲੀਆਂ ਗਾਇਬ ਨੇ। ਕੋਵਿਡ ਟਾਈਮ ਜਦੋਂ ਬਾਹਰੋਂ ਨਸ਼ਾ ਨਹੀਂ ਆ ਰਿਹਾ ਸੀ, ਲੋਕ ਗੋਲੀਆਂ ਪਿਲਾਪ ਲਾ ਕੇ ਇੰਜੈਕਸ਼ਨ ਲਾ ਰਹੇ ਸੀ। ਬਿਲਕੁਲ ਠੀਕ ਹੈ। ਰਿਹੈਬਿਲਿਟੇਸ਼ਨ ਸੈਂਟਰ ਵਿੱਚ ਤੁਸੀਂ ਆਊਟਡੋਰ ਇਲਾਜ ਕਿਵੇਂ ਕਰ ਦੋਗੇ ਜਦ ਤੱਕ ਕਾਉਂਸਲਿੰਗ ਨਹੀਂ ਹੋਏਗੀ? ਉਹ ਬੜਾ ਜ਼ਰੂਰੀ ਹੈ। ਤੀਸਰੀ ਚੀਜ਼ ਜੋ ਸਭ ਤੋਂ ਮਹੱਤਵਪੂਰਨ ਹੈ ਨਸ਼ਾ ਖਤਮ ਕਰਨ ਵਾਸਤੇ, ਸਾਡੀ ਜਵਾਨੀ ਕੋਲੇ ਕਰਨ ਨੂੰ ਕੁਝ ਨਹੀਂ। ਸਪੋਰਟਸ ਦਾ ਮੈਨੂਫੈਕਚਰ ਨਹੀਂ, ਕੋਈ ਸਕਿੱਲ ਡਿਵੈਲਪਮੈਂਟ ਸੈਂਟਰ ਨਹੀਂ, ਕੋਈ ਰੋਜ਼ਗਾਰ ਨਹੀਂ, ਕਲਚਰ ਆਰਟ ਜਾ ਨਹੀਂ ਸਕਦੇ, ਕੋਈ ਮੌਕਾ ਨਹੀਂ। ਪੰਜਾਬ ਛੱਡ ਕੇ ਭੱਜਣਾ ਜਾਂ ਨਸ਼ੇ ਕਰਨੇ। ਹੁਣ ਮੈਂ ਪਿੰਡਾਂ ਜਾਣਾ, ਮੈਂ ਕੀ ਪੜ੍ਹਨਾ? ਕਹਿੰਦਾ ਆਈਲੈਟਸ। ਕਿਸ ਮਰਜ਼ੀ ਕਰ ਜਾ ਕੇ ਪੁੱਛ ਲਓ। ਮੈਂ ਕਿਹਾ ਭਾਜੀ ਤੁਸੀਂ ਕੀ ਪੜ੍ਹਦੇ? ਕਹਿੰਦਾ ਆਈਲੈਟਸ। ਤਾਂ ਬਹੁਤ ਸਿੱਧਾ ਹੀ ਕਰ ਰਹੇ। ਮੈਂ ਕਿਹਾ ਭਾਜੀ ਤੁਹਾਡਾ ਆਈਲੈਟਸ। ਇੱਕ ਤਰਾਸਦੀ ਦੀ ਗੱਲ ਹੋਰ ਵੀ ਹੈ, ਤੁਹਾਡੇ ਪ੍ਰਧਾਨ ਕੋਲੇ ਤਾਂ ਪੰਜਾਬ ਮਾਡਲ ਹੈ ਲੋਕਾਂ ਨੂੰ ਦੱਸਣ ਵਾਸਤੇ ਕਿ ਬਾਈ ਦੀਆਂ ਚੋਣਾਂ ਤੋਂ ਬਾਅਦ ਅਸੀਂ ਕਰਾਂਗੇ, ਪਰ ਤੁਹਾਡੇ ਮੁੱਖ ਮੰਤਰੀ ਸਾਹਿਬ ਤਾਂ ਕੁਝ ਦੱਸ ਹੀ ਨਹੀਂ ਪਾ ਰਹੇ ਵੀ ਬਾਈ ਦੀਆਂ ਵੋਟਾਂ ਤੋਂ ਬਾਅਦ ਕਰਨਾ ਕੀ ਹੈ। ਨਹੀਂ, ਕਾਂਗਰਸ ਪਾਰਟੀ ਦਾ ਮੈਨੀਫੈਸਟੋ ਆ ਰਿਹਾ ਤੇ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਵਿੱਚ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਹੋਏਗਾ, ਉਹੀ ਹੋਏਗਾ। ਮੈਨੀਫੈਸਟੋ ਦਾ ਕੀ ਚੱਕਰ ਹੈ? ਮੈਨੀਫੈਸਟੋ ਦਾ ਇਹ ਚੱਕਰ ਹੈ ਕਿ ਲੋਕੀ ਅੱਜ ਕੱਲ੍ਹ ਵਿਸ਼ਵਾਸ ਕਰਨੋਂ ਹਟ ਗਏ ਉਸ ਚੀਜ਼ ਦੇ ਉੱਪਰ। ਕਿਰਦਾਰਾਂ ਤੇ ਵਿਸ਼ਵਾਸ ਹੈ, ਕਿਰਦਾਰਾਂ ਵਾਲੇ ਬੰਦੇ ਜਿਹੜੀ ਗੱਲ ਕਹਿ ਰਹੇ ਨੇ ਉਹ ਅੱਜ ਕੱਲ੍ਹ ਵਿਸ਼ਵਾਸ ਹੋ ਰਿਹਾ, ਪਰ ਤੁਹਾਡੇ ਮੁੱਖ ਮੰਤਰੀ ਸਾਹਿਬ ਦੱਸ ਹੀ ਨਹੀਂ ਪਾ ਰਹੇ। ਦੇਖੋ, ਮੈਂ ਹੀ ਕਹਿ ਰਿਹਾ ਕਿ ਕਾਂਗਰਸ ਪਾਰਟੀ ਦਾ ਇਕੱਠਾ ਮੈਨੀਫੈਸਟੋ ਆਏਗਾ ਤੇ ਉਹਦੇ ਅੰਦਰ ਪੰਜਾਬ ਮਾਡਲ ਦੇ ਪੁਆਇੰਟ ਵੀ ਹੋਣਗੇ ਤੇ ਕੁਝ ਸ਼ਾਇਦ ਹੋਰ ਪੁਆਇੰਟ ਵੀ ਹੋਣ, ਪਰ ਮੈਨੂੰ ਲੱਗਦਾ ਹੈ ਕਿ ਸਿੱਧੂ ਸਾਹਿਬ ਦੇ ਜਿਹੜੇ ਮੇਨ ਪੁਆਇੰਟ ਨੇ ਨਾ ਉਹ ਸਾਰੇ ਕਵਰ ਹੋਣਗੇ ਉਸ ਦੇ ਅੰਦਰ, ਇਹ ਮੈਨੂੰ ਯਕੀਨ ਹੈ। ਪਰ ਮੁੱਖ ਮੰਤਰੀ ਦੀ ਸੋਚ ਕੀ? ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਸੋਚ ਵੀ ਭਲੇ ਦੀ ਹੈ। ਕੁੱਲ ਕਾਂਗਰਸ ਦੀ ਇਕੱਠੇ ਮਿਲਾ ਕੇ ਸੋਚ ਪੰਜਾਬ ਦਾ ਭਲਾ ਕਰਨ ਦੀ ਹੈ ਤੇ ਜੋ ਮੈਨੀਫੈਸਟੋ ਬਣ ਰਿਹਾ ਮਤਲਬ ਸਾਰਿਆਂ ਦੀ ਸੋਚ ਹੈ। ਤੁਸੀਂ ਬਿਕਰਮ ਸਿੰਘ ਮਜੀਠੀਆ ਦੀ ਤੁਸੀਂ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਦੇ ਚੰਗੇ ਮਾੜੇ ਸਮੇਂ ਦੇ ਵਿੱਚ ਤੁਸੀਂ ਨਾਲ ਰਹੇ ਹੋ, ਹਰ ਚੀਜ਼ ਤੁਸੀਂ ਚੱਲਦੇ ਰਹੇ ਹੋ, ਹਰ ਸਮੇਂ ਉਹਨਾਂ ਦੇ ਨਾਲ ਚੱਲਦੇ ਰਹੇ ਹੋ। ਇਸ ਵਕਤ ਨਵਜੋਤ ਸਿੰਘ ਸਿੱਧੂ ਦੀ ਜਿੰਨੀਆਂ ਵੀ ਹੁਣ ਤੱਕ ਚੋਣਾਂ ਹੋਈਆਂ ਨੇ, ਸਭ ਤੋਂ ਟਫ ਚੋਣ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਿੱਧਾ ਮੁਕਾਬਲਾ ਹੈ। ਤਾਂ ਉੱਥੇ ਤੁਹਾਨੂੰ ਹੁਣ ਲੱਗਦਾ ਨਹੀਂ ਕਿਤੇ ਮਹਿਸੂਸ ਤਾਂ ਨਹੀਂ ਹੁੰਦਾ ਵੀ ਯਾਰ ਜੇ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਮੈਂ ਕੁਝ ਨਾ ਕੁਝ ਕਰ ਸਕਦਾ ਹੁੰਦਾ? ਨਹੀਂ, ਮੈਨੂੰ ਇਹ ਜੀ ਕੋਈ ਗਲਤਫਹਿਮੀ ਨਹੀਂ। ਮੈਂ ਇੰਨਾ ਕੋਈ ਕਾਬਿਲ ਬੰਦਾ ਥੋੜੀ ਆ ਕਿ ਮੈਂ ਉੱਥੇ ਕੁਝ ਕਰ ਲੈਂਦਾ। ਮੈਂ ਤੁਹਾਨੂੰ ਇੰਨਾ ਯਕੀਨ ਦਿਲਾਣਾ ਚਾਹਨਾ। ਨਹੀਂ ਦੇਖੋ, ਆਪਣੇ ਬੰਦੇ ਦੀ ਜ਼ਰੂਰਤ ਹੁੰਦੀ ਹੈ, ਆਪਣੇ ਸੱਜਣ ਮਿੱਤਰਾਂ ਦੀ, ਆਪਣੇ ਦੀ ਜ਼ਰੂਰਤ ਹਰ ਵਕਤ ਹੁੰਦੀ। ਬਿਲਕੁਲ ਮੰਨਦਾ ਇਸ ਗੱਲ ਨੂੰ। ਮੈਨੂੰ ਲੱਗਦਾ ਕਾਂਗਰਸ ਬੜੇ ਮਜ਼ਬੂਤੀ ਨਾਲ ਉਹ ਚੋਣ ਲੜੇਗੀ। ਸਿੱਧੂ ਸਾਹਿਬ ਦਾ ਬਹੁਤ ਪਿਆਰ ਹੈ ਅੰਮ੍ਰਿਤਸਰੀਸ਼। ਅੰਮ੍ਰਿਤਸਰੀ ਦੇ ਲੋਕ ਸਿੱਧੂ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ, ਉਹਨਾਂ ਨੇ ਬਹੁਤ ਕੰਮ ਕੀਤਾ। ਤੁਸੀਂ ਦੇਖੋ ਹੁਣ ਸਪੋਰਟਸ ਅਕੈਡਮੀ ਬਣਾਈ ਸਿੱਧੂ ਸਾਹਿਬ ਨੇ, ਉਹ 5 ਪੁਲਾਂ ਵਾਸਤੇ ਸੰਘਰਸ਼ ਮੈਨੂੰ ਲੱਗਦਾ 10 ਸਾਲ ਤੋਂ ਲੜਿਆ। ਪਹਿਲਾਂ ਬਾਦਲਾਂ ਨਹੀਂ ਬਣਾਏ ਸੀਗੇ, ਫਿਰ ਕੈਪਟਨ ਸਾਹਿਬ ਨੇ ਬਣਾਏ, ਆ 3 ਮਹੀਨੇ ਸਰਕਾਰ ਸਿੱਧੂ ਸਾਹਿਬ ਨੇ ਬਣਾ ਲਏ, ਉਹ ਸਪੋਰਟਸ ਅਕੈਡਮੀ ਬਣਾ ਲਈ। ਸਿੱਧੂ ਸਾਹਿਬ ਜਿਹੜੇ ਵਚਨਾਂ ਤੇ ਖੜੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਕੁਝ ਵੀ ਲੱਗਿਆ। ਮੈਨੂੰ ਨਹੀਂ ਲੱਗਦਾ ਇਹ ਹਵਾ ਬਣਾਇਆ ਹੋਇਆ। ਮੈਨੂੰ ਨਹੀਂ ਲੱਗਦਾ ਕਿ ਮਜੀਠੀਆ ਸਾਹਿਬ ਦੀ ਉੱਥੇ ਕੋਈ ਪਕੜ ਹੈ ਜਾਂ ਉੱਥੇ ਉਹ ਕੁਝ ਕਰ ਪਾਣਗੇ। ਸਿੱਧੂ ਸਾਹਿਬ ਦਾ ਪੂਰਾ ਹੋਲਡ ਹੈ, ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਇਨਫੈਕਟ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਜਾ ਸਕਦੀ ਸੀ ਉਹ ਵੀ ਵਾਪਸ ਆ ਜਾਊਗੀ ਸਿੱਧੂ ਸਾਹਿਬ ਨੂੰ ਪਾ ਦਈਏ। ਸਾਰੇ ਲੋਕ ਤਾਂ ਇਹ ਵੀ ਸੋਚਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੂਰਾ ਸਿਸਟਮ ਜਿਹੜਾ ਹੈ ਇਕੱਠਾ ਹੋ ਗਿਆ, ਮਾਫੀਆ ਇਕੱਠਾ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੀਜੇਪੀ, ਪੰਜਾਬ ਲੋਕ ਕਾਂਗਰਸ, ਇੱਥੋਂ ਤੱਕ ਕਿ ਤੁਹਾਡੇ ਕਾਂਗਰਸ ਦੇ ਆਪਣੇ ਲੀਡਰ ਵੀ ਅੰਦਰ ਖਾਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉੱਥੇ ਚੱਲ ਰਹੇ ਨੇ। ਦੇਖੋ, ਮੈਂ ਪਰਸਨਲੀ ਤੁਹਾਨੂੰ ਦੱਸਾਂ, ਚੋਣ ਮੈਦਾਨ ਇੱਕ ਇਹੋ ਜਿਹੀ ਚੀਜ਼ ਹੈ, ਪਿਛਲੇ ਹਫ਼ਤੇ ਤੋਂ ਮੈਨੂੰ ਕੁਝ ਨਹੀਂ ਪਤਾ ਪੰਜਾਬ 'ਚ ਕੀ ਹੋ ਰਿਹਾ, ਮੈਂ ਸਿਰਫ ਆਪਣਾ ਹੀ ਦੇਖ ਪਾ ਰਿਹਾ। ਪਰ ਇਹ ਮੈਂ ਜ਼ਰੂਰ ਮੰਨਦਾ ਕਿ ਸਿੱਧੂ ਸਾਹਿਬ ਜਾਂ ਕੋਈ ਵੀ ਇਮਾਨਦਾਰ ਲੀਡਰ ਜਦੋਂ ਆਉਂਦਾ ਹੈ ਨਾ, ਆਪਾਂ ਇਤਿਹਾਸ ਜਾ ਕੇ ਦੇਖੀਏ, ਪੂਰਾ ਸਿਸਟਮ ਮਾਫੀਆ ਦੇ ਖਿਲਾਫ ਖੜਾ ਹੁੰਦਾ। ਇੱਕ ਮਾਫੀਆ ਜਿਹੜਾ ਸਿਸਟਮ ਹੈ ਉਹ ਆਪਣੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਲੀਡਰ ਨਾ ਆ ਜਾਏ। ਉਹਦੇ ਅੰਦਰ ਜੋ ਵੀ ਲੋਕ ਹੋਣਗੇ ਉਹ ਸਾਰੇ ਖਿਲਾਫ ਖੜੇ ਹੋਣਗੇ। ਜਦ ਕਿ ਮੈਨੂੰ ਨਹੀਂ ਪਤਾ ਕਿ ਡਿਟੇਲ ਵਿੱਚ ਕਿਵੇਂ ਚੱਲ ਰਿਹਾ ਹੋ, ਕਿਵੇਂ ਦੌਪੇ ਚੱਲ ਰਿਹਾ ਹੋ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੌਪੇ ਜ਼ਰੂਰ ਚੱਲ ਰਿਹਾ ਹੋ, ਕਿਉਂਕਿ ਇੱਕ ਪੂਰਾ ਮਾਫੀਆ ਸਿਸਟਮ ਰੋਕ ਰਿਹਾ ਹੋ ਵੀ ਰੋਕੋ।
ਜਦੋਂ ਆਪਾਂ ਜਿਉਂ ਆਪਾਂ ਸਿਸਟਮ ਦੀ ਬਦਲਾਵ ਦੀ ਗੱਲ ਕਰਦੇ ਹਾਂ ਨਾ, ਤੁਸੀਂ ਬੜਾ ਸਿੰਪਲ ਐਗਜ਼ਾਮਪਲ ਲੈਣਾ, ਮੈਂ ਕਹਿ ਰਿਹਾ ਕਿ ਆਪਾਂ ਪਿੰਡਾਂ ਦੀ ਤਾਕਤ ਪਿੰਡਾਂ ਨੂੰ ਵਾਪਸ ਦੇਵਾਂਗੇ, ਵਾਰਡਾਂ ਨੂੰ ਵਾਪਸ ਦੇਵਾਂਗੇ, ਇੱਕ ਸਟਰਕਚਰ ਹੈ ਉਸ ਨੂੰ ਬਦਲਣ ਦੀ ਗੱਲ ਹੈ। ਮੈਂ ਇਹ ਖੁਦ ਜਾਣਦਾ, ਮੈਨੂੰ ਨਹੀਂ ਪਤਾ ਵਿਰੋਧਤਾ ਕਿੱਥੋਂ ਆਊਗੀ, ਪਰ ਮੈਂ ਇਹ ਜਾਣਦਾ ਕਿ ਪੂਰਾ ਸਿਸਟਮ ਇਕੱਠੇ ਹੋ ਕੇ ਇਸ ਗੱਲ ਦੀ ਵਿਰੋਧਤਾ ਕਰੇਗਾ, ਕਰ ਰਿਹਾ, ਉਹ ਦਿਖਾਈ ਵੀ ਦੇ ਰਿਹਾ ਉੱਥੇ ਜੀ। ਤੋ ਇਹੀ ਚੀਜ਼ ਹੈ, ਜਦੋਂ ਤੁਸੀਂ ਕਿਸੇ ਸਟਰਕਚਰ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਪੂਰਾ ਸਟਰਕਚਰ ਇਕੱਠਾ ਹੋ ਕੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦਾ। ਇਹ ਤਾਂ ਦੁਨੀਆ ਦਾ ਨਿਯਮ ਹੈ। ਕੀ ਲੱਗਦਾ ਇਸ ਚੀਜ਼ ਚੋਂ ਨਵਜੋਤ ਸਿੰਘ ਸਿੱਧੂ ਪਾਰ ਪਾ ਲੈਣਗੇ? ਦੇਖੋ ਮੈਂ ਬੜਾ ਨਾ ਸਿੰਪਲ ਜਿਹਾ ਬੰਦਾ, ਮੈਂ ਇਸ ਨੂੰ ਬੜੇ ਆਸਾਨੀ ਨਾਲ ਸੋਚਦਾ, ਇੰਨਾ ਦਿਮਾਗ ਤੇ ਸਟ੍ਰੈਸ ਲੈਣ ਦੀ ਲੋੜ ਹੀ ਨਹੀਂ। ਨੀਤੀਆਂ ਨੇ ਲੋਕਾਂ ਦੇ ਸਾਫ਼ ਨੇ, ਕੰਮ ਹੈ ਲੋਕਾਂ ਕੇ ਸਾਫ਼ ਹੈ, ਈਮਾਨਦਾਰੀ ਹੈ ਲੋਕਾਂ ਕੇ ਸਾਫ਼ ਹੈ, ਸੱਚ ਲੋਕਾਂ ਕੇ ਪਿਆ। ਜਦੋਂ ਕੋਈ ਨਿੱਜੀ ਸਵਾਰਥ ਨਹੀਂ, ਜਦੋਂ ਆਪਣੇ ਵਾਸਤੇ ਤਾਕਤ ਚਾਹੀਦੀ ਨਹੀਂ ਰੱਖਣ ਨੂੰ, ਜਦੋਂ ਕੰਮ ਕਰਨ ਨੂੰ ਚਾਹੀਦੀ ਹੈ, ਲੋਕੀ ਉਹ ਨੀਤੀਆਂ ਕਿਸੇ ਹੋਰ ਤੋਂ ਪੂਰੀਆਂ ਕਰਾ ਲੈਣ। ਸਿੱਧੂ ਸਾਹਿਬ ਦਾ ਕਿਰਦਾਰ ਹੈ, ਇਸ ਲਈ ਆਪ ਵਿਸ਼ਵਾਸ ਕਰ ਦੇਣਗੇ, ਕਿਸੇ ਵੀ ਕਿਰਦਾਰ ਲੀਡਰ ਦਾ ਵਿਸ਼ਵਾਸ ਕਰਦੇ ਆ ਵੀ ਇਹ ਕਰ ਦੂ, ਠੀਕ ਹੈ। ਪਰ ਤੁਸੀਂ ਉਸ ਨੂੰ ਆਸਾਨੀ ਨਾਲ ਦੇਖੋ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਨੂੰ ਪਤਾ ਹੈ ਕਿ ਇਹ ਚੀਜ਼ ਦਾ ਆਹ ਹੱਲ ਹੋ ਸਕਦਾ। ਮੈਂ ਇੱਕ ਲੜਾਈ ਲੜ ਰਿਹਾ, ਕਿਉਂ ਲੜ ਰਿਹਾ? ਆਪਣੇ ਲੋਕਾਂ ਵਾਸਤੇ ਲੜ ਰਿਹਾ। ਪਰ ਜਦ ਮੈਨੂੰ ਕੋਈ ਆਪਣੇ ਨਿੱਜੀ ਸਵਾਰਥ ਵਾਸਤੇ ਚਾਹੀਦਾ ਹੀ ਨਹੀਂ, ਇਸ ਲਈ ਮੈਨੂੰ ਕੋਈ ਟੈਨਸ਼ਨ ਵੀ ਨਹੀਂ। ਮੈਨੂੰ ਪਤਾ ਕਿ ਲੋਕ ਪਸੰਦ ਕਰਨਗੇ, ਲੋਕ ਪਿਆਰ ਕਰਨਗੇ, ਲੋਕ ਸਪੋਰਟ ਕਰਨਗੇ, ਕਿਉਂਕਿ ਇਹ ਲੋਕਾਂ ਦੀ ਹੱਕ ਦੀ ਗੱਲ ਹੈ। ਉਹ ਆਪਣੇ ਹੱਕ ਵਾਸਤੇ ਲੜਨਗੇ, ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਮੈਨੂੰ ਇੱਥੇ ਲੋਕੀ ਕਹਿੰਦੇ ਕਿ ਵੋਟਾਂ ਖਰੀਦੇ ਬਿਨਾਂ ਕੰਮ ਨਹੀਂ ਬਣਦਾ, ਦਾਰੂ ਪਿਲਾਏ ਬਿਨਾਂ ਕੰਮ ਨਹੀਂ ਬਣਦਾ। ਬਿਲਕੁਲ। ਮੈਂ ਕਿਹਾ ਭਾਜੀ ਦੇਖੋ ਵੋਟਾਂ ਖਰੀਦਣ ਹੈ ਨਹੀਂ ਆਪਣੇ ਕੋਲ ਪੈਸੇ, ਨਾ ਦਾਰੂ ਵੈਨ ਹੈਗੇ ਨੇ। ਕਹਿੰਦਾ ਨਹੀਂ ਇਲੈਕਸ਼ਨ ਦਾ ਸਿਰ ਧੜਦੀ ਹੈ। ਮੈਂ ਕਿਹਾ ਮੇਰੇ ਇਲੈਕਸ਼ਨ ਸਿਰ ਧੜਦੀ ਨਹੀਂ ਹੈ, ਮੇਰੀ ਤਾਂ ਜ਼ਿੰਦਗੀ ਇਸ ਕੰਮ ਤੇ ਲੱਗੀ ਹੋਈ ਹੈ ਕਿ ਮੈਂ ਪੰਜਾਬ ਦਾ ਭਲਾ ਕਿਵੇਂ ਕਰਾਂ। ਇਹ ਲੋਕ ਜਾਣਦੇ ਨੇ, ਲੋਕ ਆਪੇ ਹੀ ਲੜ ਲੈਣਗੇ। ਲੋਕਾਂ ਨੂੰ ਪਤਾ ਹੈ ਕਿ ਪੈਸੇ ਨਹੀਂ ਹੈ, ਤਾਂ ਲੋਕ ਕਹਿਣਗੇ ਯਾਰ ਪੈਸੇ ਲੈ ਕੇ ਉਹਨਾਂ ਨੂੰ ਪਾਇਓ, ਇਹਨੂੰ ਪਾ ਦਿਓ, ਇਹ ਸਾਨੂੰ ਤਾੜੀ ਤਾਕਤ ਵਾਪਸ ਹੋਊਗਾ। ਉਹ 1000-2000 ਰੁਪਏ ਲੈ ਕੇ ਆਪਣੇ ਲੱਖਾਂ ਦੀ ਕਰੋੜਾਂ ਦੇ ਫਾਇਦੇ ਨਹੀਂ ਛੱਡਣਗੇ। ਇਹ ਅਮਰਗੜ੍ਹ ਨੂੰ ਬਦਲਣ ਦੀ ਲੜਾਈ ਹੈ, ਇਹ ਅਮਰਗੜ੍ਹ ਨੂੰ ਖੜਾ ਕਰਨ ਦੀ ਲੜਾਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਹ ਦਾਰੂ ਦੀ ਬੋਤਲ 'ਚ 1000-2000 ਰੁਪਏ 'ਚ ਨਹੀਂ ਵਿਕਣਗੇ, ਬਸ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਗੱਲ ਹੈ। ਇੱਕ 6 ਤਰੀਕ ਨੂੰ ਕਹਿੰਦੇ ਸੀਐਮ ਚਿਹਰੇ ਦਾ ਵੀ ਐਲਾਨ ਹੋ ਜਾਣਾ ਹੈ। ਕਹਿੰਦੇ ਕਿ ਫੋਨ ਤੇ ਰਾਏ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ, ਤੁਹਾਡੇ ਤੋਂ ਰਾਏ ਲਈ ਗਈ ਹੈ ਕੈਂਡੀਡੇਟ ਨੂੰ ਤੁਸੀਂ ਉਹਨਾਂ ਦੇ, ਤੇ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਣੇ ਚਾਹੀਦੇ ਆ ਸੀਐਮ ਜਾਂ ਨਵਜੋਤ ਸਿੰਘ ਸਿੱਧੂ ਹੋਣੇ ਚਾਹੀਦੇ ਆ? ਤੇ ਖਬਰਾਂ ਤਾਂ ਇਹ ਵੀ ਨੇ ਕਿ 2.5 ਸਾਲਾਂ ਵਾਲੀ ਫਾਰਮੂਲਾ ਤਿਆਰ ਕਰਕੇ ਉਹ ਤੇ ਵੀ ਸ਼ਾਇਦ ਕੰਮ ਕੀਤਾ ਜਾ ਸਕਦਾ ਕਿ 2.5 ਸਾਲਾਂ ਵਾਲਾ ਫਾਰਮੂਲਾ ਵਰਤਿਆ ਜਾਵੇ। ਕੀ ਲੱਗਦਾ ਕੀ ਚੱਲ ਰਿਹਾ? ਮੈਂ ਵੀ ਸੁਣਿਆ ਹੀ ਹੈ ਇਸ ਤਰੀਕੇ ਨਾਲ, ਜਿਵੇਂ ਕਿਹਾ ਕਿ ਚੋਣ ਮੈਦਾਨ 'ਚ ਪੂਰਾ ਬੰਦਾ ਰੁੱਝ ਜਾਂਦਾ ਹੈ, ਕਿੰਨੀ ਰਾਤਾਂ ਤੋਂ ਸੌ ਨਹੀਂ ਪਾ ਰਿਹਾ। ਇਹ ਬੜਾ ਹਾਈ ਕਮਾਂਡ ਦਾ ਫੈਸਲਾ ਹੈ ਕਿ ਉਹ ਅਨਾਉਂਸ ਕਰਦੇ ਆ ਨਹੀਂ ਕਰਦੇ ਜਾਂ ਕਦ ਕਰਦੇ ਆ। ਇਹ ਸਾਡੇ ਤੋਂ ਬੜੇ ਉੱਪਰਲੇ ਫੈਸਲੇ। ਅਨਾਉਂਸ ਕਰਤਾ ਤਾਂ ਉਹਨਾਂ ਨੇ ਕਹਿਤਾ ਕਿ 6 ਤਰੀਕ ਨੂੰ ਵੀ ਕਹਿੰਦੇ ਕਰ ਰਹੇ। ਅੱਛਾ, ਤੇ ਜੇ ਅਨਾਉਂਸ ਕਰਤਾ ਤੇ ਕਹਿਤਾ, ਮੇਰੇ ਤੋਂ ਹਜੇ ਤੱਕ ਕਿਸੇ ਨੇ ਸਲਾਹ ਨਹੀਂ ਲਈ। ਉਹ ਬੜੇ ਸਿਆਣੇ ਨੇ, ਮੈਨੂੰ ਲੱਗਦਾ ਹੈ ਕਿ ਕੁਝ ਸਿਆਣੀ ਗੱਲ ਕਰਨਗੇ। ਉਹ ਮਤਲਬ ਉਹ ਸਭ ਜਾਣਦੇ ਨੇ। ਤੁਹਾਨੂੰ ਲੋਕ ਕੀ ਕਹਿੰਦੇ ਆ ਕਿ ਦੋਵਾਂ ਚੋਂ ਕਿਹੜਾ ਚਿਹਰਾ ਹੋਣਾ ਚਾਹੀਦਾ? ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ ਕਿਹੜੇ ਸਰਦਾਰ ਦੇ ਉੱਪਰ ਵਿਸ਼ਵਾਸ ਕਰ ਰਹੇ ਨੇ, ਕਿਹੜੇ ਕਿਰਦਾਰ ਤੇ ਵਿਸ਼ਵਾਸ ਜ਼ਿਆਦਾ ਕਰ ਰਹੇ ਨੇ? ਕਿਉਂਕਿ 111 ਦਿਨਾਂ ਦੀ ਕਾਰਗੁਜ਼ਾਰੀ, ਜੇ ਮੈਂ ਇਮਾਨਦਾਰੀ ਨਾਲ ਕਹਾਂ ਕਿ ਬਹੁਤ ਹੀ ਚੰਗੀ ਚਰਨਜੀਤ ਸਿੰਘ ਚੰਨੀ ਦੀ ਰਹੀ ਨਹੀਂ, ਸਿਰਫ ਵਾਅਦਿਆਂ ਵਾਲੀ ਰਾਜਨੀਤੀ ਕੀਤੀ ਗਈ ਹੈ, ਪਕਾਉਣ ਵਾਲੀ ਤਾਂ ਕੋਈ ਕੀਤੀ ਨਹੀਂ ਗਈ। ਤਾਂ ਲੱਗਦਾ ਨਹੀਂ ਕਿ ਅੱਕ ਗਏ ਹੋਣਗੇ ਲੋਕ? ਨਵਾਂ ਚਿਹਰਾ, ਨਵਾਂ ਕਿਰਦਾਰ, ਨਵਾਂ ਸਰਦਾਰ ਵੀ ਚਾਹੁੰਦੇ ਹੋਣਗੇ। ਦੇਖੋ ਲੋਕ ਕਿਰਦਾਰ ਨੂੰ ਵੀ ਚਾਹੁੰਦੇ ਨੇ, ਤੇ ਲੋਕ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚੰਨੀ ਸਾਹਿਬ ਨੂੰ ਨਹੀਂ ਚਾਹੁੰਦੇ, ਪਰ ਲੋਕ ਕਿਰਦਾਰ ਨੂੰ ਚਾਹੁੰਦੇ ਨੇ। ਲੋਕ ਇਹ ਚਾਹੁੰਦੇ ਨੇ ਕਿ ਬਦਲਾਵ ਆਵੇ, ਲੋਕ ਇਹ ਚਾਹੁੰਦੇ ਨੇ ਕਿ ਇਸ ਪੰਜਾਬ ਨੂੰ ਖੜਾ ਕੀਤਾ ਜਾਵੇ, ਤੇ ਲੋਕ ਇਸ ਗੱਲ ਦਾ ਫੈਸਲਾ ਜ਼ਰੂਰ ਲੈਣਗੇ ਵੀ ਪੰਜਾਬ ਨੂੰ ਖੜਾ ਕਿਵੇਂ ਕਰਨਾ ਹੈ। ਮੈਨੂੰ ਆਪ ਇਸ ਇਲੈਕਸ਼ਨ ਤੋਂ ਬੜੀਆਂ ਉਮੀਦਾਂ ਨੇ। ਮੈਂ ਇਸ ਇਲੈਕਸ਼ਨ ਨੂੰ ਅਸਲ ਵਿੱਚ ਪੰਜਾਬ ਦੀ ਉਹ ਇਲੈਕਸ਼ਨ ਦੇਖਦਾ ਜਿਹਨੇ ਪੰਜਾਬ ਦਾ ਅਗਲੇ 25 ਸਾਲਾਂ ਦਾ ਕਰੀਅਰ ਡਿਸਾਈਡ ਕਰਨਾ ਹੈ। ਤੁਸੀਂ ਦੇਖੋ 1997 ਤੋਂ ਪੰਜਾਬ ਦੀਆਂ ਕਾਫੀ ਸਾਰੀਆਂ ਨੀਤੀਆਂ ਇੱਕ ਤਰੀਕੇ ਨਾਲ ਚੱਲਦੀ ਰਹੀਆਂ। ਬਾਦਲ ਕੈਪਟਨ ਰਾਜ ਚੱਲਦਾ ਰਿਹਾ, ਹੁਣ ਉਹ ਹਟਿਆ। ਸਿੱਧੂ ਸਾਹਿਬ ਦਾ ਕਿਰਦਾਰ ਖੜਾ ਹੈ, ਉਹਨਾਂ ਦੀਆਂ ਪਾਲਿਸੀਆਂ ਦਿਖ ਰਹੀਆਂ ਨੇ। ਕੈਪਟਨ ਬਾਦਲ ਸਾਹਿਬ ਨੇ ਜੋ ਕੀਤਾ ਉਹ ਦਿਖ ਰਿਹਾ। ਆਮ ਆਦਮੀ ਪਾਰਟੀ ਦੀਆਂ ਸਕੀਮਾਂ ਲੈ ਕੇ ਆ ਰਹੀ ਹੈ ਦਿੱਲੀੋਂ, ਉਹ ਦਿਖ ਰਹੀਆਂ ਨੇ। ਠੀਕ ਹੈ, ਉਹਨਾਂ ਨੂੰ ਪੰਜਾਬੀਅਤ ਦੀ ਉਨੀ ਸਮਝ ਨਹੀਂ। ਉਹ ਜਿਸ ਤਰ੍ਹਾਂ ਸੋਚ ਰਹੇ ਨੇ, ਜਿਸ ਤਰ੍ਹਾਂ ਕਰ ਰਹੇ ਨੇ, ਪੰਜਾਬ ਉਸ ਤਰ੍ਹਾਂ ਨਹੀਂ ਚੱਲਦਾ। ਉਹਨਾਂ ਦੇ ਵੈਸੇ ਵੀ ਤੁਹਾਨੂੰ ਸਿਧਾਂਤ ਦਿਖ ਹੀ ਰਹੇ ਨੇ ਕਿ ਕਿਸ ਤਰ੍ਹਾਂ ਉਹ ਬੀਜੇਪੀ ਦੇ ਨਾਲ ਖੜੇ ਨੇ। ਬਾਕੀ ਸਾਰੀਆਂ ਪਾਰਟੀਆਂ ਮੈਨੂੰ ਇਹ ਲੱਗ ਰਿਹਾ ਜਿਵੇਂ ਸਾਰੀਆਂ ਬੀਜੇਪੀ ਨਾਲ ਮਿਲੀਆਂ ਹੁੰਦੀਆਂ ਨੇ। ਇਹ ਸਭ ਨੂੰ ਦਿਖ ਰਿਹਾ ਕਿ ਸਾਰੀਆਂ ਪਾਰਟੀਆਂ ਬਾਕੀ ਬੀਜੇਪੀ ਨਾਲ ਮਿਲੀਆਂ ਹੋਈਆਂ ਨੇ। ਸੋ ਕਾਂਗਰਸ ਕੀ ਆਫਰ ਕਰਦੀ ਹੈ ਸਭ ਨੂੰ ਦਿਖ ਰਿਹਾ। ਸਿੱਧੂ ਸਾਹਿਬ ਦਾ ਕਿਰਦਾਰ ਦਿਖ ਰਿਹਾ, ਚੰਨੀ ਜੀ ਦਾ, ਸੀਐਮ ਸਾਹਿਬ ਦਾ 111 ਦਿਨ ਦੀ ਸਰਕਾਰ ਦਿਖ ਰਹੀ ਹੈ। ਉਹਨਾਂ ਨੇ ਜੋ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਦਿਖ ਰਿਹਾ। ਤਾਂ ਮੈਨੂੰ ਲੱਗਦਾ ਲੋਕ ਤੇ ਹਾਈ ਕਮਾਂਡ ਬੜਾ ਸੋਚ ਕੇ ਨਿਰਣੇ ਲੈਣਗੇ, ਚੰਗਾ ਨਿਰਣੇ ਲੈਣਗੇ।
ਜਿਹਦੇ ਨਾਲ ਪੰਜਾਬ ਦਾ ਭਲਾ ਹੋ ਸਕੇ। ਤੇ ਆਖਿਰ ਵਿੱਚ ਇਹ ਸਵਾਲ ਵਾਪਸ ਜਾ ਕੇ ਲੋਕਾਂ 'ਚ ਵੱਜਦਾ ਕਿ ਇਹ ਨਿਰਣੇ ਲੈਣ ਵਾਲਾ ਮੈਂ ਵੀ ਕੋਈ ਨਹੀਂ, ਇਹ ਲੋਕ ਦੇਖਣਗੇ ਕਿ ਕਿਹਦੇ ਰਾਹੀਂ ਹੁਣ ਆਪਾਂ ਪੰਜਾਬ ਦਾ ਨਵਾਂ ਭਵਿੱਖ ਸਿਰਜਣਾ। ਬਿਲਕੁਲ। ਇੱਕ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ, ਉਹਨਾਂ ਨੇ ਵੀ ਮੰਨਿਆ ਕਿ ਕਾਂਗਰਸ ਨੂੰ ਹਰਾ ਦਿੰਦੀ ਹੈ। ਤੇ ਉਹ ਆਪਣੀਆਂ ਸਪੀਚਾਂ ਵਿੱਚ ਵੀ ਇਹ ਗੱਲ ਕਹਿ ਰਹੇ ਨੇ। 2012 ਦੇ ਵਿੱਚ ਵੀ ਅਜਿਹੀ ਹਾਲਾਤ ਬਣੇ ਸੀ ਜਦੋਂ ਕਾਂਗਰਸ ਦੇ ਖਿਲਾਫ ਖੜ ਗਈ, ਇੱਕ ਦੂਜੇ ਦੇ ਕੈਂਡੀਡੇਟ ਹਰਾਉਣੇ ਸ਼ੁਰੂ ਕਰ ਦਿੱਤੇ ਤੇ ਸਰਕਾਰ ਬਣਦੀ ਰਹਿ ਗਈ। ਤਾਂ ਇਸ ਦਫਾ ਵੀ ਇਸੇ ਤਰੀਕੇ ਨਾਲ ਚੱਲ ਰਿਹਾ। ਤੁਹਾਡੇ ਮੁੱਖ ਮੰਤਰੀ ਦੇ ਭਰਾ ਆਜ਼ਾਦ ਖੜੇ ਹੋ ਗਏ, ਤੁਹਾਡੇ ਮੰਤਰੀਆਂ ਦੇ ਕੁਝ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਆਜ਼ਾਦ ਖੜੇ ਹੋ ਗਏ। ਜੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਕਾਂਗਰਸ ਦੇ ਮਗਰ ਨਹੀਂ ਤੋਰ ਸਕਦੇ, ਫਿਰ ਲੋਕਾਂ ਦੇ ਮਗਰ ਕਿੱਦਾਂ ਤੋਰਨਗੇ? ਕਿ ਕਾਮਯਾਬ ਹੋਊ ਫਿਰ ਇਸ ਤਰੀਕੇ ਸਰਕਾਰ ਬਣਾਉਣ ਦੇ ਵਿੱਚ ਕਾਂਗਰਸ? ਮੈਂ ਤੁਹਾਨੂੰ ਆਪਣਾ ਇੱਕ ਐਗਜ਼ਾਮਪਲ ਦਿੰਦਾ। ਅਮਰਗੜ੍ਹ ਇੱਕ ਕਾਂਗਰਸ ਦਾ ਕਿਲਾ ਹੈ, ਉਹ ਵੰਡਿਆ ਹੋਇਆ, ਕਾਫੀ ਹੱਦ ਤੱਕ ਕਾਂਗਰਸ ਇਕੱਠੀ ਹੋ ਗਈ ਹੈ। ਤੇ ਉਹ ਮੈਂ ਤਾਂ ਇਹ ਮੰਨਦਾ ਕਿ ਜਿਹੜੇ ਅਸੂਲਾਂ ਤੇ ਜਿਹੜੇ ਸਿਧਾਂਤਾਂ ਤੇ ਮੈਂ ਖੜਾ ਤੇ ਕਾਂਗਰਸ ਪਾਰਟੀ ਖੜੀ ਹੈ, ਸਾਰੀ ਕਾਂਗਰਸ ਨੂੰ ਵੋਟ ਪਾਊਗੀ। ਕਾਂਗਰਸ ਦਾ ਵਰਕਰ ਇਕੱਠਾ ਹੋ ਕੇ ਚੱਲੂਗਾ। ਉਹਨੂੰ ਕੁਝ ਲੋਕ ਵੰਡਣ ਦੀ ਤੇ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਲੋਕ ਸਮਝਦੇ ਨੇ ਵੀ ਕੌਣ ਲੋਕ ਦਾ ਭਲਾਈ ਵਿੱਚ ਕਰ ਰਿਹਾ, ਕੌਣ ਨਿੱਜੀ ਸਵਾਰਥ ਵਾਸਤੇ ਕਰ ਰਿਹਾ। ਤੇ ਨਿੱਜੀ ਸਵਾਰਥ ਦੀ ਮੁਸ਼ਕਿਲ ਤਾਂ ਹਮੇਸ਼ਾ ਰਹੇਗੀ। 117 ਟਿਕਟਾਂ ਨੇ, ਮੰਗਣ ਵਾਲੇ ਦਾਅਵੇਦਾਰ 1000-2000 ਹੋਣਗੇ, ਤਾਂ ਨਿੱਜੀ ਸਵਾਰਥ ਤਾਂ ਰਹੇਗਾ। ਉਸ ਤੋਂ ਉੱਪਰ ਉੱਠ ਕੇ, ਤਾਕਤ ਦੀ ਚਾਹਤ ਤੋਂ ਉੱਪਰ ਉੱਠ ਕੇ ਜੇ ਆਪਾਂ ਲੋਕ ਭਲਾਈ ਦੀ ਚਾਹਤ ਰੱਖੀਏ ਤੇ ਉਹ ਸਾਰੇ ਮਸਲੇ ਹੱਲ ਹੋ ਸਕਦੇ ਨੇ ਤੇ ਕਾਂਗਰਸ ਇਕੱਠੀ ਹੋ ਕੇ ਚੱਲ ਵੀ ਸਕਦੀ ਹੈ। ਤੇ ਮੈਨੂੰ ਪੂਰਾ ਯਕੀਨ ਹੈ, ਆਪਣੇ ਅਮਰਗੜ੍ਹ ਹਲਕੇ ਦਾ ਹੀ ਪੂਰਾ ਯਕੀਨ ਹੈ ਕਿ ਤੁਸੀਂ ਅਗਲੇ ਕੁਝ ਦਿਨਾਂ 'ਚ ਦੇਖੋਗੇ ਕਿ ਸਾਰੀ ਦੀ ਸਾਰੀ ਕਾਂਗਰਸ ਪਾਰਟੀ ਇੱਕ ਆਵਾਜ਼ ਵਿੱਚ ਜਿੱਤੇਗਾ, ਅਮਰਗੜ੍ਹ ਦਾ ਜਿੱਤੇਗਾ, ਪੰਜਾਬ ਦਾ ਨਾਰਾ ਲਗਾਏਗੀ ਤੇ ਅਮਰਗੜ੍ਹ ਮਾਡਲ ਨੂੰ ਇਕੱਠੇ ਬੈਠ ਕੇ ਸਿਰਜੇਗੀ। ਇਹ ਸਾਰੇ ਮੇਰੇ ਵੱਡੇ ਭਾਈ ਭੈਣ, ਮੇਰੀ ਮਾਤਾਵਾਂ, ਪਿਤਾ ਸਮਾਨ ਨੇ। ਮੈਂ ਇਹਨਾਂ ਤੋਂ ਬਸ ਸਿੱਖਣਾ ਚਾਹਨਾ। ਮੈਨੂੰ ਪਤਾ ਹੈ ਇਹ ਸਾਰੇ ਇਕੱਠੇ ਹੋ ਕੇ ਮੇਰਾ ਮਾਰਗਦਰਸ਼ਨ ਕਰਨਗੇ, ਮੈਨੂੰ ਰਾਹ ਦਿਖਾਣਗੇ ਤੇ ਇਹਨਾਂ ਨੇ ਚਲਾਣਾ, ਸਾਰੇ ਨੇ ਇਕੱਠੇ ਹੋ ਕੇ ਚਲਾਣਾ, ਇਹ ਜ਼ਰੂਰ ਹੋਏਗਾ। ਬਿਲਕੁਲ। ਤੁਹਾਡੇ ਹਲਕੇ ਦੀ ਜੇ ਮੈਂ ਗੱਲ ਕਰਾਂ ਤੇ ਉਸ ਤੋਂ ਬਾਅਦ ਪੰਜਾਬ ਦੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ, ਤੁਹਾਡੇ ਹਲਕੇ 'ਚ ਔਰ ਪੰਜਾਬ 'ਚ? ਬ੍ਰਦਰ, ਮੈਂ ਨਾ ਸਪੋਰਟਸ ਤੋਂ ਆਨਾ ਤੇ ਸਪੋਰਟਸ ਵਿੱਚ ਜਦੋਂ ਆਪਾਂ ਵੱਡੇ ਕੰਪੀਟੀਸ਼ਨ ਖੇਲਣੇ ਹੁੰਦੇ ਆ ਤੇ ਆਪਾਂ ਮੈਡਲ ਨੂੰ ਭੁੱਲ ਜਾਈਦਾ। ਆਪਾਂ ਵੀ ਭੁੱਲ ਜਾਈਦਾ ਕਿ ਮੈਡਲ ਜਿੱਤਣ ਤੋਂ ਮੀਡੀਆ ਬਾਈਟ ਹੋਣੀ। ਆਪਾਂ ਇਹ ਸਭ ਚੀਜ਼ਾਂ ਛੱਡ ਦੇਈਆਂ। ਆਪਾਂ ਬਸ ਇਹ ਦੇਖੀਦਾ ਕਿ ਹੁਣ ਮੈਂ ਆਪਾਂ ਸਟੇਸ਼ਨ ਤੇ ਖੜਨਾ ਤੇ ਮੈਂ ਕੀ ਐਕਸ਼ਨ ਕਰਨਾ ਤੇ ਗੋਲੀ ਕਿਵੇਂ ਚਲਾਣੀ ਹੈ। ਉਹਦੇ ਵਿੱਚ ਹੀ ਬੜਾ ਆਨੰਦ ਹੈ। ਮੈਂ ਆਪਣੀ ਸੱਚਾਈ ਨਾਲ ਖੜਾ, ਆਪਣੀ ਇਮਾਨਦਾਰੀ ਨਾਲ ਖੜਾ, ਮੈਂ ਜੋ ਕੰਮ ਕਰ ਸਕਦਾ ਉਹ ਤੇ ਖੜਾ, ਮੈਂ ਜੋ ਕੰਮ ਕੀਤਾ ਮੈਂ ਉਸ ਤੇ ਖੜਾ। ਮੈਂ ਇੱਥੇ ਦਾ ਲੋਕਲ ਹਾਂ। ਮੇਰੇ ਫਾਦਰ ਸਾਹਿਬ ਨੇ ਇੱਥੇ ਹੀ ਸੇਵਾ ਕੀਤੀ ਹੈ। ਮੇਰੀ ਜ਼ਿੰਦਗੀ ਦੇ 15 ਸਾਲ ਇੱਥੇ ਬੀਤੇ ਨੇ, ਬਾਕੀ 15 ਸਾਲਾਂ ਜ਼ਿਆਦਾ ਮੈਂ ਦੇਸ਼ ਵਾਸਤੇ ਖੇਲਿਆ ਜਾਂ ਪੰਜਾਬ ਵਾਸਤੇ ਨੀਤੀਆਂ ਬਣਾਈਆਂ। ਇਹ ਮੇਰੀ ਰੂਹ ਹੈ, ਮੇਰੀ ਰੂਹ ਇੱਥੇ ਹੀ ਵਸਦੀ ਹੈ। ਮੈਂ ਉਹ ਸਭ ਕੁਝ ਲੈ ਕੇ ਖੜਾ ਤੇ ਆਪਣਾ ਕੰਮ ਕਰ ਰਿਹਾ, ਆਪਣੀ ਸੱਚਾਈ ਲੋਕਾਂ ਅੱਗੇ ਰੱਖ ਰਿਹਾ। ਮੈਨੂੰ ਇਸ 'ਚ ਬੜਾ ਆਨੰਦ ਹੈ। ਮੈਨੂੰ ਪਤਾ ਹੈ ਕਿ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਮੇਰੀ ਸਪੋਰਟ ਕਰਨਗੇ। ਤੇ ਪੰਜਾਬ 'ਚ ਕਿਹਦੇ ਨਾਲ ਮੁਕਾਬਲਾ ਮੰਨਦੇ? ਮੈਂ ਉਸ ਤਰ੍ਹਾਂ ਸੋਚਦਾ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਬੜਾ ਨਾ ਇੱਕ ਕੀ ਕਹਿੰਦੇ ਨੇ, ਬੜਾ ਇੱਕ ਈਗੋ ਦੀ ਚੀਜ਼ ਹੁੰਦੀ ਹੈ ਕਿ ਅਸੀਂ ਇੰਨੀਆਂ ਸੀਟਾਂ ਕੱਢਾਂਗੇ ਤੇ ਉਹ ਹਾਰਨਗੇ। ਜਿਹੜੀ ਪਿਛਲੀ ਵਾਰ ਵੀ ਦੇਖੀ। ਹਾਂ, ਤੇ ਬੜਾ ਇਹ ਕਹਿ ਦੇਣਾ ਕਿ ਹੁਣ ਤਾਂ ਆ ਹਵਾ ਚੱਲ ਗਈ ਤੇ ਆ ਬਦਲ ਗਏ। ਕੋਈ ਨਹੀਂ ਇਹ ਦੱਸ ਸਕਦਾ। ਇਹ ਲੋਕਾਂ ਦੇ ਫੈਸਲੇ ਨੇ। ਇਹ ਲੋਕ ਬੜੇ ਸਿਆਣੇ ਨੇ। ਅਸਲ ਵਿੱਚ ਨਾ ਲੋਕਾਂ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਕੁਝ ਨਹੀਂ ਪਤਾ। ਸਿਆਸਤਦਾਨਾਂ ਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ, ਪਰ ਇਹ ਬਿਲਕੁਲ ਵੀ ਸੱਚ ਨਹੀਂ ਹੈ। ਕਿਸੇ ਨੂੰ ਕੋਈ ਸਮਝ ਨਹੀਂ ਹੈ ਕਿ ਲੋਕ ਕਿੰਨੇ ਸਿਆਣੇ ਨੇ। ਇਹ ਤਾਂ ਆਪਾਂ ਨੂੰ ਖੇਤੀ ਅੰਦਰੋਂ ਨੇ ਦਿਖਾਤਾ, ਸੋਸ਼ਲ ਮੀਡੀਆ ਨੇ ਦਿਖਾਤਾ ਕਿ ਹਰ ਬੰਦਾ, ਪਰਿਵਾਰ ਦਾ ਹਰ ਮੈਂਬਰ ਵੀ ਆਪ ਸੋਚ ਕੇ ਵੋਟ ਪਾਉਂਦਾ ਤੇ ਪਾਣੀ ਵੀ ਚਾਹੀਦੀ ਹੈ। ਹੁਣ ਔਰਤਾਂ ਨੇ, ਆਪਾਂ ਔਰਤਾਂ ਦੇ ਅਧਿਕਾਰ ਦੀ ਗੱਲ ਕਰੀਏ। ਇੱਕ ਤਾਂ ਕਹਿੰਦਾ 1000 ਰੁਪਏ ਦੇ ਦੂੰ। ਅਸੀਂ ਕੀ ਕਹਿੰਦੇ ਆ? ਅਸੀਂ ਕਹਿੰਦੇ ਆ ਜਿਹੜੀ ਘਰੇਲੂ ਮਹਿਲਾ ਜਿਹੜੀ ਘਰ ਕੰਮ ਕਰਦੀ ਹੈ ਉਹਦੇ ਜ਼ਿੰਦਗੀ 'ਚ ਐਤਵਾਰ ਤਾਂ ਹੁੰਦਾ ਪਰ ਆਰਾਮ ਨਹੀਂ ਹੁੰਦਾ। ਬਿਲਕੁਲ। ਅਸੀਂ ਉਸ ਨੂੰ ਪੈਸੇ ਦੇਣ ਦੀ ਗੱਲ ਕਰਦੇ ਹਾਂ, ਉਹਨੂੰ ਸਿਲੰਡਰ ਫ੍ਰੀ ਦੇਣ ਦੀ ਗੱਲ ਕਰਦੇ ਹਾਂ। ਅਸੀਂ ਸ਼ਗਨ ਸਕੀਮ ਤਾਂ ਦੇ ਹੀ ਰਹੇ ਹਾਂ, ਪਰ ਅਸੀਂ ਉਹਦੇ ਨਾਲ 5ਵੀਂ ਪਾਸ ਤੇ 5000, 8ਵੀਂ ਪਾਸ ਤੇ 10000, 10ਵੀਂ ਪਾਸ ਤੇ 15000, 12ਵੀਂ ਪਾਸ ਤੇ 20000, 11ਵੀਂ ਜੋ ਜਾਂਦੀ ਹੈ ਤੇ ਇੱਕ ਡਿਜੀਟਲ ਟੈਬਲੇਟ ਜੇ ਘਰੇ ਬੈਠ ਕੇ ਪੜ੍ਹਨਾ ਜਾਂਦੀ ਹੈ। ਕਿ ਔਰਤਾਂ ਪੰਜਾਬ ਦੀ ਤਰੱਕੀ ਦੇ ਭਾਗੀਦਾਰ ਬਣਨ। ਅਸੀਂ ਫ੍ਰੀ 'ਚ ਨਹੀਂ ਦੇ ਰਹੇ ਕਿ ਘਰੇ ਬਹਿ ਜਾਣ। ਬਿਲਕੁਲ। ਉਹਨਾਂ ਨੂੰ ਬਰਾਬਰ ਦਾ ਹਿੱਸੇਦਾਰ ਬਣਾਈਏ, ਅੱਧੀ ਆਬਾਦੀ ਨੂੰ ਪੂਰਾ ਹੱਕ ਦਵਾਈਏ। ਸਾਡੀ ਉਹ ਲੜਾਈ ਹੈ। ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਬਹੁਤ ਸਾਰੀਆਂ ਔਰਤਾਂ ਘਰੋਂ ਬੈਠੇ ਕੋਈ ਵਪਾਰ ਕਰਨਾ ਚਾਹੁੰਦੀਆਂ। ਉਹ ਕਹਿੰਦੀਆਂ ਕਿ ਅਸੀਂ ਕੋਈ ਕਿਚਨ ਖੋਲ ਲਈਏ, ਕੋਈ ਕੁਕਿੰਗ ਦਾ ਕੰਮ ਕਰ ਲਈਏ ਜਾਂ ਐਮਬੋਇਡਰੀ ਦਾ ਕੰਮ ਕਰ ਲਈਏ, ਪਰ ਉਹਨੂੰ ਪੈਸੇ ਵਾਸਤੇ ਇੱਧਰੋਂ ਦੇਖਣਾ ਪੈਂਦਾ। 2 ਲੱਖ ਦਾ ਇੰਟਰਸਟ ਫ੍ਰੀ ਲੋਨ ਦੇ ਸਕਦੇ ਆਪਾਂ ਉਹਨਾਂ ਨੂੰ, ਕੋਲੈਟਰ ਫ੍ਰੀ ਲੋਨ ਦੇ ਸਕਦੇ ਹਾਂ।
ਔਰਤਾਂ ਦੇ ਨਾਮ ਤੇ ਪੰਜਾਬ ਸਿਰਫ 1.8% ਜ਼ਮੀਨ ਹੈ। ਮਤਲਬ 2% ਜ਼ਮੀਨ ਹੈ ਔਰਤਾਂ ਦੇ ਨਾਮ ਪੰਜਾਬ 'ਚ। ਬਿਲਕੁਲ। ਤੇ ਆਪਾਂ ਕੀ ਕਹਿ ਰਹੇ ਹਾਂ ਕਿ ਔਰਤਾਂ ਦੇ ਨਾਮ ਤੇ ਰਜਿਸਟਰੀ ਫ੍ਰੀ ਕਰ ਦਾਂਗੇ, ਸਟੈਂਪ ਡਿਊਟੀ ਨਹੀਂ ਲਾਵਾਂਗੇ ਕਿ ਔਰਤਾਂ ਨੂੰ ਨਾ ਅਧਿਕਾਰ ਮਿਲੇ। ਸੋ ਇਹ ਜਿਹੜੀ ਸੋਚ ਹੈ ਨਾ, ਇਹ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਪੰਜਾਬ ਨੂੰ ਮੂਹਰੇ ਲੈ ਕੇ ਜਾਣ ਦੀ ਸੋਚ ਹੈ। ਅੱਧੀ ਆਬਾਦੀ ਨੂੰ ਪੂਰਾ ਹੱਕ ਦੇ ਕੇ ਅਸਲ ਲੜਾਈ ਲੜਨ ਦੀ ਸੋਚ ਹੈ ਕਿ ਪੰਜਾਬ ਨੂੰ ਖੁਦ ਮੁਖਤਿਆਰ ਕਿਵੇਂ ਕਰਨਾ ਹੈ, ਪੰਜਾਬ ਦੀ ਆਰਥਿਕ ਵਿਵਸਥਾ ਠੀਕ ਕਿਵੇਂ ਕਰਨੀ ਹੈ। ਉਹਨਾਂ ਦੀ ਸੋਚ ਕੀ ਹੈ? ਉਹ ਤਾਂ ਜਿਵੇਂ ਦਿੱਲੀ ਵਾਲੀ ਪਾਲਿਸੀ ਲੈ ਕੇ ਆਉਂਦੇ ਨੇ ਪਿੰਡ कि आ 1000 रुपये ले लो ਤੇ ਐਂ ਕਰ ਦੋ, ਠੀਕ ਹੈ 25 ਦਿਨ ਪੈਸੇ ਡਬਲ ਸਕੀਮ ਹੈ ਉਹਨਾਂ ਦੀ। ਤਾਂ ਤੁਹਾਡੇ ਗੁਆਂਢੀ ਹਲਕੇ ਦੇ ਵਿੱਚ ਭਗਵੰਤ ਮਾਨ ਚੋਣ ਲੜ ਰਹੇ ਨਹੀਂ, ਉਹਦਾ ਅਸਰ ਤੁਹਾਡੇ ਵਾਲੀ ਕੰਸਟੀਟੂਐਂਸੀ ਦਿਖਦਾ ਨਹੀਂ ਰਿਹਾ? ਨਹੀਂ, ਮੈਨੂੰ ਤਾਂ ਕੋਈ ਮਹਿਸੂਸ ਨਹੀਂ ਹੋ ਰਿਹਾ। ਪਾਰਲੀਮੈਂਟਲੀ ਹਲਕਾ ਵੀ ਲੱਗ ਗਿਆ, ਮੈਨੂੰ ਤਾਂ ਕੋਈ ਮਹਿਸੂਸ ਨਹੀਂ ਹੋ ਰਿਹਾ। ਲੋਕ, ਮੈਂ ਉਹੀ ਕਹਿ ਰਿਹਾ, ਲੋਕ ਬੜੇ ਸਿਆਣੇ ਨੇ, ਉਹ ਬੜਾ ਸੋਚ ਕੇ ਨਿਰਣੇ ਲੈਂਦੇ ਨੇ ਵੀ ਕਿੱਥੇ ਕਿਹਨੂੰ ਜਿਤਾਉਣਾ ਹੈ। ਆਖਰ ਦੇ ਵਿੱਚ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਬਸ ਇੰਨਾ ਹੀ ਕਹਿਣਾ ਚਾਹੂੰਗਾ ਕਿ ਤੁਸੀਂ ਮੇਰੀ ਰੂਹ 'ਚ ਵੱਸਦੇ ਹੋ। ਮੈਂ ਬੜਾ ਤੁਹਾਨੂੰ ਪਿਆਰ ਕਰਦਾ। ਮੈਂ ਆਪਣੀ ਜ਼ਿੰਦਗੀ ਜੋ ਕੰਮ ਕੀਤੇ ਨੇ ਉਹ ਅਮਰਗੜ੍ਹ ਨੂੰ ਆਪਣੇ ਮਨ 'ਚ ਰੱਖ ਕੇ ਕੀਤੇ ਨੇ। ਇੱਥੇ ਮੇਰੇ ਫਾਦਰ ਸਾਹਿਬ ਦੇ ਕੀਤੇ ਕੰਮ ਮੇਰੇ ਵਾਸਤੇ ਪ੍ਰੇਰਨਾ ਰਹੇ ਨੇ। ਮੈਂ ਦੇਸ਼ ਵਾਸਤੇ ਖੇਲਿਆ ਤੇ ਮੈਂ ਇੱਥੇ ਬਾਰੇ ਸੋਚਦਾ ਰਿਹਾ, ਮੈਂ ਨੀਤੀਆਂ ਬਣਾਈਆਂ ਤੇ ਇੱਥੇ ਬਾਰੇ ਸੋਚਦਾ ਰਿਹਾ। ਮੈਨੂੰ ਆਪਣਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਦਾ ਮੌਕਾ ਦਿਓ। ਮੇਰੇ ਪੱਲੇ ਕੁਛ ਨਹੀਂ, ਤੁਹਾਡੇ ਪੱਲੇ ਸਭ ਕੁਛ ਹੈ। ਤੁਸੀਂ ਮੈਨੂੰ ਆਪਣਾ ਬਣਾਓ, ਤੁਸੀਂ ਮੈਨੂੰ ਰਾਹ ਦਿਖਾਓ। ਪਿੰਡ ਵਾਲੇ ਪਿੰਡ ਦੇ ਫੈਸਲੇ ਲੈਣ, ਸੰਮਤੀਆਂ ਵਾਲਿਆਂ ਨੂੰ ਤਾਕਤ ਮਿਲੇ, ਹਰ ਵਾਰਡ 'ਚ ਰਹਿਣੇ ਲੋਕ ਵਾਰਡ ਦੇ ਫੈਸਲੇ ਲੈਣ ਤੇ ਆਪਾਂ ਇਕੱਠੇ ਮਿਲ ਕੇ ਵਿਕਾਸ ਕਰੀਏ, ਭ੍ਰਸ਼ਟਾਚਾਰ ਮੁਕਾਈਏ, ਸਾਰੇ ਸਮਾਜ ਦੇ ਸਭ ਤਬਕਿਆਂ ਨੂੰ ਉਹਨਾਂ ਦੇ ਹੱਕ ਦਵਾਈਏ, ਸਰਵ ਸੰਮਤੀ ਨਾਲ ਸਰਵ ਸਾਂਝਾ ਵਿਕਾਸ ਹੋਏ। ਇਹ ਮੇਰਾ ਸੁਪਨਾ ਹੈ ਤੇ ਮੈਨੂੰ ਪਤਾ ਹੈ ਤੁਹਾਡਾ ਵੀ ਸੁਪਨਾ ਹੈ ਤੇ ਇਕੱਠੇ ਮਿਲ ਕੇ ਇਹਨੂੰ ਪੂਰਾ ਕਰੀਏ। ਬਿਲਕੁਲ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ। ਤਾਂ ਸਨ ਸੁਮਿਤ ਸਿੰਘ ਮਾਨ, ਕਾਂਗਰਸ ਦੇ ਅਮਰਗੜ੍ਹ ਤੋਂ ਨੌਜਵਾਨ ਉਮੀਦਵਾਰ ਨੇ। ਉਹਨਾਂ ਨੇ ਆਪਣੀਆਂ ਪਾਲਿਸੀਆਂ ਦੇ ਬਾਰੇ, ਆਪਣੀਆਂ ਨੀਤੀਆਂ ਦੇ ਬਾਰੇ ਲੋਕਾਂ ਨੂੰ ਸਾਡੇ ਚੈਨਲ ਦੇ ਰਾਹੀਂ ਦੱਸਿਆ। ਉਮੀਦ ਕਰਦੇ ਹਾਂ ਕਿ ਸੁਮਿਤ ਸਿੰਘ ਮਾਨ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਊ। ਦੁਬਾਰਾ ਫਿਰ ਮਿਲਾਂਗੇ। ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ, ਅਮਰਗੜ੍ਹ। बिल्कुल सच, ज्योतिषिक विद्या एक ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 9996862004